ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਇਹ ਹਫਤਾ ਪੂਰੇ ਦਾ ਪੂਰਾ ਸਾਹਿਬਜ਼ਾਦਿਆਂ ਦੀ ਉਸ ਅਦੁੱਤੀ ਸ਼ਹਾਦਤ ਜਿਸ ਨੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਉਹ ਕੁਛ ਅੰਕਿਤ ਕਰ ਦਿੱਤਾ, ਜਿਸ ਨੂੰ ਸੁਣ ਲੈਣਾ, ਬੋਲ ਲੈਣਾ, ਲਿਖ ਲੈਣਾ ਬਹੁਤ ਆਸਾਨ ਹੈ, ਪਰ ਜਿਨ੍ਹਾਂ ਨੇ ਆਪਣੇ ਸਰੀਰ ਦੇ ਬੰਦ ਕਟਵਾ ਕੇ ਤਿਲ ਕੱਟ ਕੇ ਉਹ ਜਿਹੜੀਆਂ ਮਹਾਨ ਸ਼ਹਾਦਤਾਂ ਦਿੱਤੀਆਂ, ਜਿਹੜੇ ਪੂਰਨੇ ਪਾਏ, ਉਹ ਕੋਈ ਅਦੁੱਤੀ ਕਾਰੇ ਸਨ। ਬਹੁਤ ਹੀ ਔਖਾ, ਬਹੁਤ ਹੀ ਅਦੁੱਤੀ, ਬਹੁਤ ਹੀ ਅਗੰਮੀ, ਔਰ ਉਹਨਾਂ ਨੇ ਆਉਣ ਵਾਲੇ ਇਤਿਹਾਸ ਦੇ ਲਈ ਉਹ ਪੂਰਨੇ ਪਾਏ, ਉਹ ਉਹਨਾਂ ਨੇ ਪੈੜਾਂ ਪਾਈਆਂ, ਉਹ ਉਹਨਾਂ ਨੇ ਮੁਹਾਰਨੀਆਂ ਸਿਰਜੀਆਂ ਕਿ ਇਸ ਦੇ ਬਾਅਦ ਇਹ ਕੌਮ ਨਿਖਰ ਕੇ, ਨਿਗਰ ਕੇ, ਖੁੱਲ੍ਹ ਕੇ ਸਾਹਮਣੇ ਨਿਰਭਉ ਨਿਰਵੈਰ ਹੋ ਕੇ ਸੰਸਾਰ ਦੇ ਵਿੱਚ ਉਭਰੀ ਔਰ ਇਤਿਹਾਸ ਦੇ ਮੂੰਹ ਨੂੰ ਮੋੜ ਦਿੱਤਾ, ਇਤਿਹਾਸ ਦਾ ਮੁਹਾਂਦਰਾ ਬਦਲ ਦਿੱਤਾ ਔਰ ਆਉਣ ਵਾਲੇ ਹਮੇਸ਼ਾ ਲਈ ਇਹ ਦੱਸ ਦਿੱਤਾ ਕਿ ਸੱਚ ਔਰ ਇਨਸਾਫ, ਹੱਕ ਅਤੇ ਇਨਸਾਫ ਲਈ, ਦੂਸਰਿਆਂ ਲਈ ਕਿਵੇਂ ਜੂਝੀਦਾ, ਕਿਵੇਂ ਆਪਣੀਆਂ ਜਾਨਾਂ ਵਾਰੀਦੀਆਂ। ਇਹਨਾਂ ਦੀਆਂ ਸ਼ਹਾਦਤਾਂ ਦੇ ਪਿੱਛੇ ਕਿਹੜਾ ਪ੍ਰੇਰਨਾ ਸਰੋਤ ਸੀ, ਉਸ ਦਾ ਪਿਛੋਕੜ ਕੀ ਸੀ, ਔਰ ਇਹਨਾਂ ਸ਼ਹਾਦਤਾਂ ਦੇ ਬਾਅਦ ਕੀ ਹੋਇਆ, ਇਹ ਬਹੁਤ ਹੀ ਦਰਦਨਾਕ ਪਰ ਬੜੀ ਬਿਖਮ ਗਾਥਾ ਹੈ। ਇਸ ਹਫਤੇ ਦੇ ਵਿੱਚ ਕੱਲ੍ਹ ਤੋਂ ਬਾਅਦ ਅਸੀਂ ਕੱਲ੍ਹ ਪਰਸੋਂ ਔਰ ਸ਼ਾਇਦ ਅਗਲੇ ਦਿਨ ਵੀ ਉਹਨਾਂ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ, ਜਿਨ੍ਹਾਂ ਦੇ ਨਾਲ ਸਰਹੰਦ ਦਾ ਸਾਕਾ ਔਰ ਉਸ ਤੋਂ ਬਾਅਦ ਚਮਕੌਰ ਦਾ ਸਾਕਾ, ਇਹ ਜਿਹੜੇ ਦੋ ਸਾਕੇ ਜੋੜੇ ਜਿਹਦੇ ਵਿੱਚ ਮਾਤਾ ਜੀ ਸ਼ਹੀਦ ਹੋਏ, ਪਿਆਰੇ ਸ਼ਹੀਦ ਹੋਏ, ਸਿੰਘ ਸ਼ਹੀਦ ਹੋਏ, ਪਰ ਸਭ ਤੋਂ ਵੱਡੀ ਗੱਲ ਜਿਸ ਤਰੀਕੇ ਦੇ ਨਾਲ ਉਹ ਜਿਹੜੀ ਜੰਗ ਲੜੀ ਗਈ, ਜਿਹੜੀ ਅਸਾਵੀਂ ਜੰਗ ਲੜੀ ਗਈ, ਦੁਨੀਆ ਦੇ ਇਤਿਹਾਸ ਦੇ ਵਿੱਚ ਉਸ ਦਾ ਕੋਈ ਪੈਰਲਲ ਨਹੀਂ ਹੈ, ਕੋਈ ਉਸ ਦਾ ਮੁਕਾਬਲਾ ਨਹੀਂ ਹੈ। ਪਰ ਇਹ ਗੱਲ ਵੀ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਕਿ ਅਸੀਂ ਉਸ ਮਹਾਨ ਜਿਹੜੀ ਬੈਟਲ ਕਹਿ ਲਈਏ, ਮਿਲਟਰੀ ਬੈਟਲ ਕਹਿ ਲਈਏ, ਉਸ ਨੂੰ ਸਹੀ ਪਰਿਪੇਖ ਵਿੱਚ ਅੰਕਿਤ ਨਹੀਂ ਕਰਾ ਪਾਏ। ਅਸੀਂ ਦੁਨੀਆ ਦੇ ਇਤਿਹਾਸ ਨੂੰ, ਉਹਨਾਂ ਫੌਜੀ ਮਾਹਿਰਾਂ ਨੂੰ ਨਹੀਂ ਦੱਸ ਪਾਏ ਕਿ ਉਹ ਲੜਾਈ ਕੀ ਸੀ, ਕਿਸ ਤਰ੍ਹਾਂ ਹੋਈ, ਕਿਉਂ ਹੋਈ, ਔਰ ਉਹਦੇ ਵਿੱਚ ਕਿਹੜੇ ਹਥਿਆਰ ਵਰਤੇ ਗਏ। ਅਸੀਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ, ਪਰ ਇਹ ਗੱਲ ਕਰਦਿਆਂ ਹੋਇਆਂ ਇੱਕ ਗੱਲ ਬਹੁਤ ਹੀ ਅਫਸੋਸ ਔਰ ਦੁੱਖ ਦੇ ਨਾਲ ਕਹਿਣੀ ਪੈਂਦੀ ਹੈ। ਦੁਨੀਆ ਨੇ ਆਪਣੇ ਵਿਰਾਸਤ ਨੂੰ, ਆਪਣੇ ਵਿਰਸੇ ਨੂੰ ਸਾਂਭਿਆ ਔਰ ਬੜੀ ਹੀ ਸ਼ਿੱਦਤ ਦੇ ਨਾਲ ਸਾਂਭਿਆ। ਉਹਦੇ ਲਈ ਉਹ ਬਹੁਤ ਕੁਝ ਕਰਦੇ ਹੈ ਕਿ ਅਗਰ ਕਿਧਰੋਂ ਕੋਈ ਛੋਟਾ ਜਿਹਾ ਟੁਕੜਾ ਵੀ ਕੁਝ ਮਿਲ ਜਾਏ, ਉਸ ਨੂੰ ਉਹ ਸਾਂਭ ਕੇ ਰੱਖਦੇ ਹੈ। ਜੇ ਤੁਸੀਂ ਦੁਨੀਆ ਦੇ ਅਜਾਇਬ ਘਰਾਂ ਦੇ ਵਿੱਚ ਜਾਓ, ਤੁਹਾਨੂੰ ਉੱਥੇ ਟੈਰਾਕੋਟਾ ਦੇ, ਮਿੱਟੀ ਦੇ ਛੋਟੇ ਟੁਕੜੇ ਮਿਲਣਗੇ, ਟੁੱਟੇ ਹੋਏ ਬਰਤਨ ਮਿਲਣਗੇ, ਜਿਸ ਦੀ ਕੀਮਤ ਦਾ ਅੰਦਾਜ਼ਾ ਉਹ ਬਾਸ਼ਊਰ ਕੌਮਾਂ ਹੀ ਲਗਾ ਸਕਦੀਆਂ। ਉਹ ਚਮਕੌਰ ਦੀ ਕੱਚੀ ਗੜੀ, ਜਿਸ ਦੇ ਦੁਆਲੇ 10 ਲੱਖ ਦਾ ਘੇਰਾ, ਜਿਸ ਵਿੱਚ ਕੇਵਲ 40 ਸਿੱਖ ਹਨ ਔਰ ਕਈ ਦਿਨਾਂ ਦੇ ਭੁੱਖੇ ਪਾਣੇ ਹਨ, ਉਹਨਾਂ ਦੇ ਵਿੱਚੋਂ ਕੋਈ ਵੀ ਆਤਮ ਸਮਰਪਣ ਨਹੀਂ ਕਰਦਾ। ਇੱਕ ਸਿੰਘ ਜੂਝ ਕੇ ਸ਼ਹਾਦਤ ਦਿੰਦਾ ਹੈ। ਗੁਰੂ ਸਾਹਿਬ ਦੇ ਲਖਤੇ ਜ਼ਿਗਰ ਵੀ ਉਹਦੇ ਵਿੱਚ ਸ਼ਹਾਦਤਾਂ ਦਿੰਦੇ ਹੈ। ਉਹ ਜਿਹੜੀ ਕੱਚੀ ਗੜੀ,
ਇੱਕ ਬਹੁਤ ਵੱਡੀ ਨਿਸ਼ਾਨੀ ਸੀ ਕਿ ਇਸ ਤੋਂ ਵੱਧ ਦੁਖਦਾਈ ਗੱਲ ਹੋ ਸਕਦੀ ਹੈ ਕਿ ਅਸੀਂ ਆਪਣੇ ਹੱਥਾਂ ਦੇ ਨਾਲ ਉਹ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ, ਉਹ ਜਿਸ ਦੀਆਂ ਮੁਮਟੀਆਂ ਦੇ ਉੱਤੇ ਗੁਰੂ ਕਲਗੀਧਰ ਪਿਤਾ ਨੇ ਤੀਰਾਂ ਦੀ ਬੌਛਾਰ ਕੀਤੀ, ਜਿਸ ਮੁਮਟੀ ਦੇ ਉੱਤੋਂ ਗੁਰੂ ਸਾਹਿਬ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਤੀਰ ਖਾਂਦੇ ਹੋਏ, ਡਿੱਗਦੇ ਹੋਏ ਵੇਖਿਆ, ਉਹ ਕੱਚੀ ਗੜੀ ਅਸੀਂ ਆਪਣੇ ਹੱਥਾਂ ਦੇ ਨਾਲ ਨੇਸ ਤੋਂ ਨਾਬੂਦ ਕਰ ਦਿੱਤੀ, ਢਾਹ ਦਿੱਤੀ, ਤਾਂ ਕਿ ਉਸ ਦੀ ਕੋਈ ਨਿਸ਼ਾਨੀ, ਗੁਰੂ ਦੀ ਕੋਈ ਨਿਸ਼ਾਨੀ ਸਾਡੇ ਕੋਲ ਬਾਕੀ ਨਾ ਬਚੇ। ਉੱਥੇ ਵੀ ਮਾਰਬਲ ਲੱਗ ਗਿਆ, ਸੰਗਮਰਮਰ ਲੱਭ ਗਿਆ। ਇਸ ਅਹਿਮ ਨੁਕਤੇ ਨੂੰ ਜ਼ਰੂਰ ਅਸੀਂ ਵਿਚਾਰੀਏ, ਸੋਚੀਏ। ਜੇ ਹਾਲੇ ਵੀ ਕੁਝ ਬਚਿਆ ਹੈ ਤਾਂ ਉਸ ਨੂੰ ਬਚਾ ਲਈਏ, ਨਹੀਂ ਤਾਂ ਆਉਣ ਵਾਲੀਆਂ ਨਸਲਾਂ ਕਦੇ ਵੀ ਮਾਫ ਨਹੀਂ ਕਰਨਗੀਆਂ, ਕਦੇ ਵੀ ਇਸ ਚੀਜ਼ ਨੂੰ ਦਰਗੁਜ਼ਰ ਨਹੀਂ ਕਰਨਗੀਆਂ। ਜੋ ਕਾਰਾ ਅਸੀਂ ਆਪਣੇ ਹੁੰਦਿਆਂ ਆਪਣੇ ਹੱਥਾਂ ਦੇ ਨਾਲ ਕੀਤਾ ਹੈ, ਇਹ ਉਹਨਾਂ ਸ਼ਹਾਦਤਾਂ ਦੇ ਉੱਤੇ ਬਹੁਤ ਵੱਡਾ ਇੱਕ ਅਜੀਬ ਕਿਸਮ ਦਾ ਹਮਲਾ ਹੈ। ਇਹਦੇ ਬਾਰੇ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਵਿੱਚ ਜ਼ਰੂਰ ਗੱਲ ਕਰਾਂਗੇ, ਪਰ ਇਸ ਬਾਰੇ ਜ਼ਰੂਰ ਸੋਚੋ, ਔਰ ਸੋਚੋ ਹੀ ਨਹੀਂ, ਕੁਝ ਕਰੋ ਜੇ ਕੁਝ ਕਰ ਸਕਦੇ ਹੋ। ਇਹੀ ਬੇਨਤੀ ਹੈ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ, ਮਾਤਾ ਜੀ ਦੇ ਸ਼ਹੀਦੀ ਦਿਵਸ ਨੂੰ ਯਾਦ ਕਰਦਿਆਂ ਹੋਇਆਂ। ਸ਼ਹੀਦੀਆਂ, ਸ਼ਹਾਦਤਾਂ, ਕੁਰਬਾਨੀਆਂ, ਹੱਠ ਧਰਮੀ, ਅਸੀਂ ਰੋਜ਼ ਅਰਦਾਸ ਕਰਦੇ ਹਾਂ ਜਿਨ੍ਹਾਂ ਹੱਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨੇ ਹੱਠ ਕੀਤਾ, ਹੱਠ ਉਹਨਾਂ ਦਾ ਜ਼ਿਕਰ ਵੀ ਅਸੀਂ ਆਪਣੀ ਅਰਦਾਸ ਦੇ ਵਿੱਚ ਕਰਦੇ ਹਾਂ। ਅੱਜ ਮੋਹਾਲੀ ਦੇ ਵਿੱਚ ਅੰਬ ਸਾਹਿਬ ਵਿਖੇ ਇੱਕ ਐਸਾ ਹੀ ਹੱਠੀ ਸਿੰਘ ਬੈਠਾ ਹੈ ਜਿਸ ਨੂੰ 41 ਦਿਨ ਹੋ ਗਏ ਹਨ। ਅੱਜ 41ਵਾਂ ਦਿਨ ਹੈ, ਔਰ ਉਹ ਕੋਈ ਆਪਣੇ ਨਿਜ ਲਈ ਨਹੀਂ, ਆਪਣੇ ਨਿੱਜੀ ਕਾਰਜ ਲਈ ਨਹੀਂ, ਉਹ ਤਾਂ ਇਸ ਗੱਲ ਲਈ ਲੈ ਕੇ ਬੈਠਾ ਹੈ ਕਿ ਜਿਨ੍ਹਾਂ ਸਿੰਘਾਂ ਦੀ ਰਿਹਾਈ, ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਉਹਨਾਂ ਨੂੰ ਰਿਹਾ ਕੀਤਾ ਜਾਏ। 41 ਦਿਨ ਬਾਅਦ ਪ੍ਰੋਸੈਸ ਆਰੰਭ ਹੋਇਆ, ਸ਼ੁਰੂ ਹੋਇਆ। ਕਿਹੜੇ ਪਾਸੇ ਗੱਲਬਾਤ ਜਾਂਦੀ ਹੈ, ਕੀ ਦੁਬਿਧਾ ਹੈ, ਕਿਉਂ ਨਹੀਂ ਛੱਡੇ ਜਾ ਰਹੇ, ਕੀ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ, ਅੱਜ ਸਾਡੀ ਕੋਸ਼ਿਸ਼ ਹੋਏਗੀ। ਇਸ ਤੋਂ ਪਹਿਲਾਂ ਅਸੀਂ ਸਰਦਾਰ ਨਵਕਿਰਨ ਸਿੰਘ, ਜਿਹੜੇ ਕਿ ਹਿਊਮਨ ਰਾਈਟਸ ਦੇ ਬਹੁਤ ਹੀ ਉੱਘੇ ਨਾਮਵਰ ਵਕੀਲ ਹਨ, ਔਰ ਜਿਹੜੇ ਇਹਨਾਂ ਸਿੰਘਾਂ ਦੇ ਮੁਕੱਦਮੇ ਵੀ ਲੜ ਰਹੇ ਹਨ, ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਈ। ਉਸ ਦੇ ਬਾਅਦ ਸ਼ਸ਼ੀ ਕਾਂਤ, ਡਾਇਰੈਕਟਰ ਜਨਰਲ ਪ੍ਰਿਜ਼ਨਸ, ਜਿਹੜੇ ਕਿ ਉਹਨਾਂ ਨੇ ਇਸ ਦੇ ਬਾਰੇ ਵੀ ਸਾਰਾ ਕੁਝ ਦੱਸਿਆ, ਔਰ ਫਿਰ ਸਰਦਾਰ ਹਰਪਾਲ ਸਿੰਘ ਚੀਮਾ, ਜਿਹੜੇ ਕਿ ਭਾਈ ਗੁਰਬਖਸ਼ ਸਿੰਘ ਦੇ ਨਾਲ ਉੱਥੇ ਬੈਠੇ ਹਨ ਔਰ ਇਸ ਸਾਰੇ ਮੋਰਚੇ ਦੀ ਦੇਖ ਰੇਖ ਕਰ ਰਹੇ ਹਨ। ਅੱਜ ਇੱਕ ਹੋਰ ਪੱਖ ਲੈ ਕੇ ਅਸੀਂ ਕੋਸ਼ਿਸ਼ ਕਰਾਂਗੇ, ਜੇ ਸਾਡਾ ਸੰਪਰਕ ਹੋ ਗਿਆ, ਤਾਂ ਕਿ ਇਸ ਪੂਰੀ ਦੀ ਪੂਰੀ ਗਾਥਾ ਦੇ ਵੱਖਰੇ ਵੱਖਰੇ ਪਹਿਲੂ ਅਸੀਂ ਅਗਰ ਸਮਝ ਸਕੀਏ। ਸਿਰਫ ਇੱਕ ਦੋ ਛੋਟੀਆਂ ਜੀਆਂ ਸੁਰਖੀਆਂ ਹਨ, ਔਰ ਉਹਨਾਂ ਸੁਰਖੀਆਂ ਦੇ ਵਿੱਚ ਲੰਡਨ ਦੀ ਮਾਰਕ ਐਂਡ ਸਪੈਂਸਰ ਕੰਪਨੀ, ਜਿਹੜਾ ਕਿ ਬਹੁਤ ਵੱਡਾ ਸਟੋਰ ਹੈ, ਛੋਟੀਆਂ ਛੋਟੀਆਂ ਖਬਰਾਂ, ਛੋਟੀਆਂ ਛੋਟੀਆਂ ਸੁਰਖੀਆਂ ਕਈ ਦਫਾ ਕੌਮੀ ਚੇਤਨਤਾ ਦੇ ਬਾਰੇ ਬਹੁਤ ਕੁਝ ਦੱਸ ਸਕਦੀਆਂ ਹਨ, ਬਹੁਤ ਕੁਝ ਦੱਸ ਜਾਂਦੀਆਂ ਹਨ। ਉਸ ਮਾਰਕ ਐਂਡ ਸਪੈਂਸਰ ਕੰਪਨੀ ਦੇ ਵਿੱਚ ਇੱਕ ਸੇਲਸ ਦੇ ਵਿੱਚ ਲੱਗੀ ਹੋਈ ਇੱਕ ਮੁਸਲਿਮ ਬੀਬੀ ਨੇ, ਜਦੋਂ ਉਸ ਦੇ ਕੋਲੋਂ ਕਿਸੇ ਗ੍ਰਾਹਕ ਨੇ ਸ਼ਰਾਬ ਦੀ ਬੋਤਲ ਮੰਗੀ ਤਾਂ ਉਹ ਕਾਊਂਟਰ 'ਤੇ ਪਈ ਸੀ। ਉਸਨੇ ਬਹੁਤ ਹੀ ਨਿਮਰਤਾ ਨਾਲ ਕਿਹਾ ਕਿ ਤੁਸੀਂ ਰੁਕੋ, ਮੈਂ ਕਿਸੇ ਹੋਰ ਸੇਲਸ ਵਾਲੇ ਨੂੰ ਬੁਲਾ ਕੇ ਲਿਆਂਦੀ ਹਾਂ, ਮੈਂ ਇਸ ਨੂੰ ਹੱਥ ਨਹੀਂ ਲਗਾ ਸਕਦੀ। ਉਸਨੇ ਹੱਥ ਲਗਾਉਣ ਤੋਂ ਇਨਕਾਰ ਕਰ ਦਿੱਤਾ, ਔਰ ਦੂਸਰੇ ਸੇਲਸਮੈਨ ਨੇ ਆ ਕੇ ਉਹ ਜਿਹੜੀ ਸੀ ਉਸ ਨੂੰ ਵੇਚੀ ਔਰ ਦਿੱਤੀ। ਜਿਹੜੀ ਮਾਰਕ ਐਂਡ ਸਪੈਂਸਰ ਕੰਪਨੀ ਬਹੁਤ ਵੱਡੀ ਕੰਪਨੀ ਹੈ, ਉਹਨਾਂ ਨੇ ਸਾਰੀ ਗੱਲ ਨੂੰ ਵਿਚਾਰਿਆ, ਔਰ ਉਹਦੇ ਬਾਅਦ
उस स्टोर ने ये निर्णय लिया कि किसी भी मुसलमान ਜਿਹੜਾ ਸੇਲਸ ਦੇ ਉੱਤੇ ਹਨ ਉਹਨਾਂ ਨੂੰ ਪੋਰਕ ਜਾਂ ਸ਼ਰਾਬ ਐਲਕੋਹਲ ਨੂੰ ਵੇਚਣ ਲਈ ਉਹਨਾਂ ਨੂੰ ਮਜਬੂਰ ਨਹੀਂ ਕੀਤਾ ਜਾਏਗਾ। ਇਹ ਅਗਰ ਚੇਤਨਤਾ ਹੈ ਉਹਨਾਂ ਦੀ ਔਰ ਉਹਨਾਂ ਦੀ ਆਪਣੇ ਉਹਨਾਂ ਅਸੂਲਾਂ ਪ੍ਰਤੀ ਜਿਸ ਨੂੰ ਉਹਨਾਂ ਨੇ ਵੀ ਮੰਨਿਆ ਔਰ ਉਸ ਨੂੰ ਅਹਿਸਾਸ ਹੋਇਆ, ਉਹਨਾਂ ਨੇ ਇਸ ਗੱਲ ਦੀ ਇਜਾਜ਼ਤ ਦਿੱਤੀ। ਪੰਜਾਬ ਦੇ ਵਿੱਚ ਪਿੱਛੇ ਜਿਹੇ ਜਦੋਂ ਸ਼ਹਿਬਾਜ਼ ਸ਼ਰੀਫ ਪੱਛਮੀ ਪੰਜਾਬ ਦੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਜਦੋਂ ਆਏ ਤਾਂ ਉਹਨਾਂ ਦੇ ਲਈ ਵੀ ਜਿਹੜਾ ਡਿਨਰ ਸੀ, ਉਹਨਾਂ ਦੀ ਭਾਵਨਾਵਾਂ ਦਾ ਕਦਰ ਕਰਦਿਆਂ, ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰਦਿਆਂ ਹੋਇਆਂ, ਜੋ ਕਿ ਨਾ ਤਾਂ ਹਲਾਲ ਅਤੇ ਨਾ ਹੀ ਦੂਸਰਾ ਮੀਟ ਬਣਾਉਣਾ ਸੀ, ਉਹਨਾਂ ਨੇ ਉੱਥੇ ਇਹ ਕਹਿ ਕੇ ਕਿ ਅਸੀਂ ਨਾ ਤਾਂ ਹਲਾਲ ਅਤੇ ਨਾ ਹੀ ਝਟਕਾ, ਅਸੀਂ ਫਿਸ਼ ਜਿਹੜੀ ਹੈ ਸਰਵ ਕਰ ਰਹੇ ਹਾਂ। ਇਸੇ ਤਰੀਕੇ ਨਾਲ ਇੱਥੇ ਵੀ ਨਿਊਯਾਰਕ ਦੇ ਵਿੱਚ ਵੀ ਜਦੋਂ ਸਿੱਖ ਜਿਊਜ਼ ਦੀ ਮੀਟਿੰਗ ਹੋਈ ਤਾਂ ਉਹਦੇ ਵਿੱਚ ਵੀ ਇੱਕ ਸੁਰਖੀ ਬੜੇ ਉੱਭਰ ਕੇ ਸਾਹਮਣੇ ਆਈ ਕਿ ਜਿਊਜ਼ ਦੀ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਹੋਇਆਂ ਉਹਨਾਂ ਨੇ ਉੱਥੇ ਕੋਸ਼ਰ ਮੀਟ ਦਾ ਪ੍ਰਬੰਧ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਥਕ ਮਤਿਆਂ ਦੇ ਵਿੱਚੋਂ ਇੱਕ ਮਤਾ ਇਹ ਵੀ ਹੈ ਕਿ ਕੋਈ ਵੀ ਕਿਸੇ ਵੀ, ਉਹਨਾਂ ਨੇ ਜਨਰਲ ਤਾਂ ਨਹੀਂ ਪਰ ਇੱਕ ਗੱਲ ਜ਼ਰੂਰ ਕਹੀ, ਕਿਸੇ ਵੀ ਗੁਰਦੁਆਰੇ ਦਾ ਪ੍ਰਬੰਧਕ ਜਿਹੜੀਆਂ ਵਿਵਰਜਿਤ ਚੀਜ਼ਾਂ ਹਨ ਉਹ ਸਿਗਰਟ ਜਾਂ ਸ਼ਰਾਬ ਦਾ ਵਪਾਰ ਨਾ ਕਰਦਾ ਹੋਏ। ਸੋ ਇਹ ਗੱਲਾਂ ਬਹੁਤ ਛੋਟੀਆਂ ਹੁੰਦੀਆਂ ਹਨ ਪਰ ਸਹਿਜੇ ਸਹਿਜੇ ਪੱਕ ਜਾਂਦੀਆਂ ਹਨ ਔਰ ਛੋਟੇ ਛੋਟੇ ਜਿਹੜੇ ਹੱਕ ਹਨ ਉਹ ਵੱਡੀਆਂ ਲਈ ਇੱਕ ਪੈੜਾਂ ਪਾਉਂਦੇ ਹਨ। ਦੂਸਰੀ ਸੁਰਖੀ ਹੈ ਕਿ ਜਿਹੜੇ ਨਜ਼ਰਬੰਦ, ਜਿਹੜੇ ਕੈਦੀ, ਸਿੱਖ ਕੈਦੀ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਹਨ, ਉਹਨਾਂ ਦੀ ਰਿਹਾਈ ਦਾ ਪ੍ਰਬੰਧ, ਉਹਨਾਂ ਦਾ ਪ੍ਰੋਸੈਸ ਆਰੰਭ ਹੋਇਆ ਹੈ ਔਰ ਪੰਜਾਬ ਸਰਕਾਰ ਨੇ ਬਹੁਤ ਹੀ ਕਲੀਅਰ ਕੀਤਾ ਹੈ, ਬਹੁਤ ਸਪਸ਼ਟ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਜਿਨ੍ਹਾਂ 'ਚ ਉੱਤਰ ਪ੍ਰਦੇਸ਼, ਕਰਨਾਟਕਾ, ਗੁਜਰਾਤ ਦੇ ਮੁੱਖ ਮੰਤਰੀਆਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਗਵਰਨਰਸ ਦੇ ਨਾਲ ਵੀ ਸੰਪਰਕ ਕੀਤਾ ਹੈ ਕਿਉਂਕਿ ਰਿਹਾਈ ਲਈ ਗਵਰਨਰ ਦੀ ਮਨਜ਼ੂਰੀ, ਉਹਨਾਂ ਦੇ ਦਸਤਖਤ ਹੁੰਦੇ ਹਨ। ਇਸ ਤੋਂ ਪਹਿਲਾਂ ਵੀ ਭਾਈ ਲਾਲ ਸਿੰਘ ਨੂੰ ਨਾਭੇ ਦੀ ਜੇਲ੍ਹ ਵਿੱਚੋਂ ਛੱਡਿਆ ਜਾ ਚੁੱਕਾ ਹੈ। ਹੁਣ ਵੀ 3 ਸਿੰਘ ਬੁੜੈਲ ਜੇਲ੍ਹ ਤੋਂ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ। ਉਹਨਾਂ ਨੂੰ ਪੈਰੋਲ ਦੇ ਉੱਤੇ ਰਿਹਾਈ ਦੇਣ ਦੀ ਗੱਲ ਹੋ ਰਹੀ ਹੈ ਕਿ ਅਗਰ ਇਹ ਰਿਹਾਈਆਂ ਹੋ ਜਾਂਦੀਆਂ ਹਨ ਤਾਂ ਭਾਈ ਗੁਰਬਖਸ਼ ਸਿੰਘ ਦੀ ਉਸ ਮੰਗ ਦੀ ਪੂਰਤੀ ਕਰੇਗੀ ਜਿਹੜੀ ਉਹਨਾਂ ਨੇ ਅਰਦਾਸਾ ਸੋਧਿਆ ਸੀ ਕਿ ਜਿਨ੍ਹਾਂ ਸਿੰਘਾਂ ਨੂੰ ਸਜ਼ਾ ਤੋਂ ਪੂਰੀ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਰੱਖਿਆ ਹੈ ਉਹਨਾਂ ਨੂੰ ਰਿਹਾ ਕੀਤਾ ਜਾਏ, ਨਹੀਂ ਤਾਂ ਜਾਂ ਤਾਂ ਉਹ ਸਿੰਘ ਰਿਹਾ ਹੋਣਗੇ ਤਾਂ ਜਾਂ ਸਿੰਘ ਫਤਿਹ ਬੁਲਾਏਗਾ। ਇਹ ਜਿਹੜੀ ਉਹਨਾਂ ਦੀ ਮੰਗ ਸੀ ਇਹ ਕਿਹੜੇ ਪਾਸੇ ਜਾ ਕੇ ਰੁਕੇਗੀ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਉਹਦੇ ਬਾਅਦ ਸਾਡੀ ਕੋਸ਼ਿਸ਼ ਹੋਏਗੀ ਤੁਹਾਡੇ ਨਾਲ ਅਸੀਂ ਆਪਣੇ ਖਾਸ ਮਹਿਮਾਨ ਨੂੰ ਲੈ ਸਕੀਏ। ਇੱਕ ਵਕਫਾ। ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅੱਜ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਭਾਈ ਗੁਰਬਖਸ਼ ਸਿੰਘ ਜਿਹੜੀ ਭੁੱਖ ਹੜਤਾਲ ਉਹਨਾਂ ਨੇ ਰੱਖੀ ਅੰਬ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਉਹਨਾਂ ਦੀ ਅਰਦਾਸ ਦਾ ਜਿਹੜਾ ਐਲਾਨੀਆ ਮਕਸਦ ਸੀ ਕਿ ਜਿਨ੍ਹਾਂ ਸਿੰਘਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਰਿਹਾ ਕੀਤਾ ਜਾਏ। ਅੱਜ 41ਵਾਂ ਦਿਨ ਹੈ ਪਰ ਉਹਨਾਂ ਦਾ ਹੱਠ ਅਜੇ ਕਾਇਮ ਹੈ। ਅਸੀਂ ਤੁਹਾਨੂੰ ਕਾਨੂੰਨੀ ਪੱਖ ਔਰ ਵੱਖਰੇ ਵੱਖਰੇ ਪੱਖ ਤੋਂ ਤੁਹਾਨੂੰ ਜਾਣੂ ਕਰਾਇਆ। ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਸਰਕਾਰ ਦਾ ਪੱਖ ਦੱਸਣ ਲਈ ਅਸੀਂ ਬੇਨਤੀ ਕੀਤੀ। ਡਾਕਟਰ ਦਲਜੀਤ ਸਿੰਘ ਜੀ ਚੀਮਾ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਪਾਰਟੀ ਦੇ ਬੁਲਾਰੇ ਵੀ ਹਨ,
ਡਾਕਟਰ ਸਾਹਿਬ ਸਾਡੇ ਨਾਲ ਲਾਈਨ ਦੇ ਉੱਤੇ ਜੁੜੇ ਹਨ, ਜਿਹਦੀ ਸਾਨੂੰ ਖੁਸ਼ੀ ਹੈ, ਤਾਂ ਕਿ ਉਹ ਸਹੀ ਜਾਣਕਾਰੀ ਸਾਨੂੰ ਪ੍ਰਾਪਤ ਹੋ ਸਕੇਗੀ। ਡਾਕਟਰ ਸਾਹਿਬ, ਗੈਟ ਪੰਜਾਬੀ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਅੱਜ 41 ਦਿਨ ਹੋ ਗਏ ਔਰ ਉਹ ਸਿੰਘ ਜਿਵੇਂ ਕਹਿੰਦੇ ਮੋਰਚੇ ਦੇ ਉੱਤੇ ਡਟੇ ਹੋਏ ਹੈ। ਪੋਜੀਸ਼ਨ ਕੀ ਹੈਗੀ ਹੈ? ਕਿਉਂਕਿ ਤੁਸੀਂ ਸਹੀ ਪੋਜੀਸ਼ਨ ਦੱਸ ਸਕਦੇ ਹੋ, ਤੁਹਾਡੇ ਕੋਲ ਸਰਕਾਰ ਦਾ ਵੀ ਔਰ ਪਾਰਟੀ ਦਾ ਪੱਖ ਵੀ ਹੈ ਔਰ ਪੰਜਾਬ ਦਾ ਵੀ ਪੱਖ ਹੈ। ਜੀ ਦੇਖੋ, ਸਹੀ ਪੱਖ ਜਿਹੜਾ ਹੈ, ਇੱਕ ਤਾਂ ਪਹਿਲਾਂ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਹੜਾ ਮਸਲਾ ਉਹ ਸਿੱਧਾ ਪੰਜਾਬ ਸਰਕਾਰ ਨਾਲ ਨਹੀਂ ਹੈਗਾ ਜੀ। ਪੰਜਾਬ ਸਰਕਾਰ ਦਾ ਆਪਣਾ ਕੋਈ ਸਟੇਟ ਦਾ ਕੋਈ ਵੀ ਕੈਦੀ ਇਹੋ ਜਿਹਾ ਨਹੀਂ ਹੈਗਾ ਜਿਹੜਾ ਆਪਣੀ ਕੈਦ ਦਾ ਸਮਾਂ ਪੂਰਾ ਕਰ ਚੁੱਕਿਆ ਹੋਵੇ ਤੇ ਜੇਲ੍ਹ ਦੇ ਵਿੱਚ ਹੋਵੇ। ਜੀ, ਇਹ 6 ਕੈਦੀ ਜਿਹਦੀ ਲਿਸਟ ਭਾਈ ਸਾਹਿਬ ਨੇ ਦਿੱਤੀ ਸੀ, ਇਹਦੇ ਚੋਂ 3 ਬੜੈਲ ਜੇਲ੍ਹ ਦੇ ਆ, ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਦਾ ਕੇਸ ਹੈ, CBI ਦਾ ਕੇਸ ਹੈ ਜੀ। ਇੱਕ ਗੁਜਰਾਤ ਸਟੇਟ ਦੇ ਨਾਲ ਸੰਬੰਧ ਰੱਖਦਾ ਹੈ, ਇੱਕ ਭਾਈ ਵਰਿਆਮ ਸਿੰਘ ਦਾ UP ਦੇ ਨਾਲ, ਔਰ ਇੱਕ ਗੁਲਬਰਗਾ ਕਰਨਾਟਕਾ ਦੇ ਨਾਲ। ਜੀ ਜੀ। ਉਹਨਾਂ ਹੀ ਸਟੇਟਾਂ ਦੇ ਜਿਹੜੇ ਹੈਗੇ ਆ, ਉੱਥੇ ਹੀ FIR ਨੇ, ਉੱਥੇ ਹੀ ਕੇਸ ਚੱਲਿਆ, ਉੱਥੇ ਹੀ ਸਜ਼ਾ ਹੋਈ ਜੀ। ਇਹ ਸਿਰਫ ਇਹਨਾਂ ਦੇ ਵਿੱਚੋਂ ਭਾਈ ਲਾਲ ਸਿੰਘ ਪੰਜਾਬ ਦੇ ਵਿੱਚ ਜਿਹੜੇ ਆ ਹਿਊਮਨਟੇਰੀਅਨ ਬੇਸਿਸ ਦੇ ਉੱਤੇ ਜਿਹੜੇ ਆ ਟ੍ਰਾਂਸਫਰ ਹੋਏ ਸੀਗੇ, ਤਾਂ ਜੋ ਮੁਲਾਕਾਤ ਜਿਹੜੇ ਪਰਿਵਾਰ ਦੇ ਮੈਂਬਰ ਆ ਉਹ ਆਸਾਨੀ ਦੇ ਨਾਲ ਕਰ ਸਕਣ। ਜੀ ਜੀ ਜੀ। ਇਸ ਲਈ ਇਹਨਾਂ ਦਾ ਜਿਹੜਾ ਫੈਸਲਾ ਹੁੰਦਾ ਉਹ ਉਹਨਾਂ ਸਟੇਟਾਂ ਨੇ ਅਲਟੀਮੇਟਲੀ ਕਰਨਾ ਹੁੰਦਾ। ਜੀ ਜੀ। ਸਾਡੇ ਕੋਲ ਜਿਹੜੀ ਸਟੇਟ ਗਵਰਨਮੈਂਟ ਜਿਹੜੀ ਮਦਦ ਕਰ ਸਕਦੀ ਆ ਉਹ ਇਹ ਹੈ ਕਿ ਜਾਤੀ ਤੌਰ ਤੇ ਆਪਣਾ ਅਸਰ ਸੁਖ ਵਰਤ ਕੇ ਜਦੋਂ ਵੀ ਇਹਨਾਂ ਦੀ ਐਪਲੀਕੇਸ਼ਨ ਆਉਂਦੀ ਹੈ, ਚਾਹੇ ਪੈਰੋਲ ਵਾਸਤੇ ਜਾਂ ਕਿਸੇ ਕੰਮ ਵਾਸਤੇ, ਹਾਂਜੀ, ਤੇ ਅਸੀਂ ਉੱਥੇ ਦੀਆਂ ਜਿਹੜੀਆਂ ਸਟੇਟ ਗਵਰਨਮੈਂਟਾਂ ਨੇ ਉਹਨਾਂ ਨੂੰ ਰਿਕੁਐਸਟ ਜ਼ਰੂਰ ਕਰ ਸਕਦੇ ਹਾਂ ਕਿ ਇਹਨਾਂ ਦੀ ਇੰਨੀ ਸਜ਼ਾ ਹੁਣ ਇਹਨਾਂ ਨੇ ਕੱਟ ਲਈ ਆ ਜੀ, ਤੇ ਜਿਹੜਾ ਕੇਸ ਇਹਨਾਂ ਦਾ ਪ੍ਰੀ ਮੈਚੁਰ ਰਿਲੀਜ਼ ਵਾਸਤੇ ਜਿਹੜਾ ਬਣਦਾ ਉਹਦੇ ਤੇ ਵਿਚਾਰ ਕਰਕੇ ਇਹਨਾਂ ਨੂੰ ਜਿਹੜਾ ਰਿਲੀਜ਼ ਕੀਤਾ ਜਾਵੇ। ਜੀ ਜੀ ਜੀ। ਉਹ ਕੰਮ ਜਿਵੇਂ ਭਾਈ ਲਾਲ ਸਿੰਘ ਹੈ, ਉਹ ਤਾਂ ਪਹਿਲਾਂ ਵੀ ਪੰਜਾਬ ਦੀ ਜੇਲ੍ਹ 'ਚ ਕਾਫੀ ਦੇਰ ਤੋਂ ਨੇ, ਇਸ ਕਰਕੇ 10 ਵਾਰ ਉਹ ਤਾਂ ਪੈਰੋਲ ਪਹਿਲਾਂ ਵੀ ਕੱਟ ਚੁੱਕੇ। ਠੀਕ ਹੈ। ਹਰ ਵਾਰੀ ਉਹਨਾਂ ਦਾ ਕੇਸ ਜਿਹੜਾ ਜਾਂਦਾ ਰਿਹਾ, ਪੈਰੋਲ ਤੇ ਵਾਪਸ ਲਗਾਤਾਰ ਉਹ ਜਾਂਦੇ ਰਹੇ ਜੀ। ਜਿਹੜੇ ਬੜੈਲ ਜੇਲ੍ਹ ਵਾਲੇ ਆ ਉਹਨਾਂ ਨੇ ਹਾਲੇ, ਕਿਉਂਕਿ ਪਰਸੋਂ ਹੀ ਹਾਲੇ ਜਿਹੜੀ ਆ ਐਪਲੀਕੇਸ਼ਨ ਸਾਈਨ ਕੀਤੀ ਹੈ। ਅੱਛਾ। ਤੇ ਵਿੱਚ ਐਤਵਾਰ ਦਾ ਦਿਨ ਸੀ, ਚੰਡੀਗੜ੍ਹ ਪ੍ਰਸ਼ਾਸਨ ਹੈ, ਕਿਉਂਕਿ ਸਾਡਾ ਆਪਣਾ ਹੁੰਦਾ ਤਾਂ ਅਸੀਂ ਐਤਵਾਰ ਨੂੰ ਵੀ ਕਰਵਾਉਂਦੇ ਜੀ। ਉਹ ਆਪਣੇ ਅਸੂਲ ਦੇ ਮੁਤਾਬਕ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਉਹਦੀ NOC ਵਾਸਤੇ ਭੇਜਿਆ ਜੀ। ਸਾਡੇ ਵੱਲੋਂ ਤਾਂ 1 ਮਿੰਟ ਦੀ ਵੀ ਡਿਲੇ ਨਹੀਂ। ਜਦੋਂ ਉਹਨਾਂ ਦਾ ਸਾਡੇ ਕੋਲ DC ਕੋਲ ਪਹੁੰਚਦਾ, ਨਾਲ ਦੀ ਨਾਲ ਅਸੀਂ NOC ਦੇ ਕੇ ਤੇ ਵਾਪਸ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਨੂੰ ਜਿਹੜੀ ਹੈ ਉਹ ਦੇ ਦਿੱਤੀ ਜਾਵੇ। ਮਤਲਬ ਉਹ ਜਿਹੜੇ ਬੁੜੈਲ ਜੇਲ੍ਹ ਦੇ ਵਿੱਚ ਹਨ, ਅਜੇ ਉਹਨਾਂ ਨੇ ਤੁਹਾਨੂੰ ਵੀ ਪੁੱਛਣਾ ਹੈਗਾ, ਅਜੇ ਪੰਜਾਬ ਸਰਕਾਰ ਨੂੰ ਵੀ ਪੁੱਛਣਾ? ਨਹੀਂ, ਇਹ ਪ੍ਰੋਸੀਜਰ ਹੈ ਕਿ ਭਾਵੇਂ ਬਾਹਰਲੀ ਜੇਲ੍ਹ ਦੇ ਵਿੱਚ ਵੀ ਹੋਵੇ ਜੀ, ਜਿਹੜਾ ਸੰਬੰਧਿਤ ਡਿਪਟੀ ਕਮਿਸ਼ਨਰ ਹੈ ਜਿੱਥੇ ਉਹਦਾ ਹੋਮ ਐਡਰੈਸ ਹੁੰਦਾ ਜੀ ਜੀ, ਜਦੋਂ ਕੈਦੀ ਅਪਲਾਈ ਕਰਦਾ ਉਸ ਡਿਪਟੀ ਕਮਿਸ਼ਨਰ ਤੋਂ ਪੁੱਛਿਆ ਜਾਂਦਾ, ਇਹ ਕਾਨੂੰਨ ਹੈ ਕਿ ਇਹਦੇ ਆਉਣ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਦੀ ਕੋਈ ਹੋਰ ਖਤਰਾ ਤਾਂ ਨਹੀਂ ਹੁੰਦਾ ਜੀ। ਇਹ ਕਾਨੂੰਨ ਬਣਿਆ ਹੋਇਆ ਪੁਰਾਣਾ, ਉਹਦੇ ਮੁਤਾਬਕ ਪੁੱਛਣਾ ਉਹਨਾਂ ਨੂੰ ਪੈਂਦਾ। ਹਾਂਜੀ। ਪਰ ਉਹਦੇ ਵਾਸਤੇ ਅਸੀਂ ਤਾਂ ਤਿਆਰ ਬੈਠੇ ਆ ਦੱਸਣ ਵਾਸਤੇ ਕਿ ਉਹਨਾਂ ਨੇ ਪੁੱਛਣਾ ਜਿਹੜਾ ਉਦੋਂ ਹੁੰਦਾ ਜਦੋਂ ਪਹਿਲਾਂ ਕੈਦੀ ਸਾਈਨ ਕਰਕੇ ਉਹਨਾਂ ਨੂੰ ਦਿੰਦਾ, ਫਿਰ ਉਹ ਡਿਪਟੀ ਕਮਿਸ਼ਨਰ ਨੂੰ ਫਾਰਵਰਡ ਕਰਦੇ। ਠੀਕ ਹੈ। ਉਹਨਾਂ ਨੇ ਦੇ ਦਿੱਤੀਆਂ ਐਪਲੀਕੇਸ਼ਨਾਂ ਸਾਈਨ ਕਰਕੇ? ਹਾਂ, ਉਹਨਾਂ ਨੇ ਐਪਲੀਕੇਸ਼ਨਾਂ ਹੁਣ ਸਾਈਨ ਕਰਕੇ ਦਿੱਤੀਆਂ, ਅਤੇ ਕੱਲ ਹੀ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਆ ਉਹ ਪਰਸੋਂ ਸਾਈਨ ਹੋਈਆਂ ਸੀਗੀਆਂ ਜੀ, ਤੇ ਉਹ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਭੇਜਿਆ ਜੀ। ਡਾਕਟਰ ਸਾਹਿਬ, ਇਹ ਵੀ ਖਬਰਾਂ ਆਈਆਂ ਕਿ ਉਹਨਾਂ ਨੇ ਪਹਿਲਾਂ ਵੀ ਪੈਰੋਲ ਵਾਸਤੇ ਕੀਤਾ, ਪਰ ਪੰਜਾਬ ਸਰਕਾਰ ਨੇ ਸ਼ਾਇਦ ਉਹਨਾਂ ਦੀ ਐਪਲੀਕੇਸ਼ਨ ਰੱਦ ਕਰ ਦਿੱਤੀ। ਨਹੀਂ, ਉਹ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਕਿ ਜਿਹੜਾ ਉਹਦੇ ਤੇ ਐਡਰੈਸ ਸੀ ਜੀ ਪੈਰੋਲ ਦੀ ਐਪਲੀਕੇਸ਼ਨ ਤੇ, ਉਸ ਐਡਰੈਸ ਦੇ ਉੱਤੇ ਕੋਈ ਰਹਿੰਦਾ ਨਹੀਂ ਸੀ, ਖਾਲੀ ਪਲਾਟ ਸੀ। ਅੱਛਾ ਅੱਛਾ। ਕੁਦਰਤੀ ਗੱਲ ਹੈ ਕਿ ਉਦੋਂ ਰੂਟੀਨ ਦੇ ਵਿੱਚ ਉਹਨਾਂ ਨੇ ਅਪਲਾਈ ਕੀਤਾ, ਜਦੋਂ ਪੁਲਿਸ ਦੇ ਕੋਲ ਜਾਂਦਾ ਉਹ ਐਡਰੈਸ ਵੈਰੀਫਾਈ ਹੁੰਦਾ ਜੇ ਉੱਥੇ ਕੋਈ ਰਹਿੰਦਾ ਨਹੀਂ। ਹਾਂਜੀ। ਤੇ ਨੈਚੁਰਲੀ ਆ ਵੀ ਫਿਰ ਉਹ SHO ਨੂੰ ਜਿਹੜਾ ਵੀ ਸੰਬੰਧਿਤ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਕਰਨੀ ਹੁੰਦੀ ਹੈ, ਉਹ ਤਾਂ ਉੱਥੇ ਹੀ ਲਿਖੇਗਾ ਕਿ ਇਸ ਸਥਾਨ ਤੇ ਕੋਈ ਰਹਿੰਦਾ ਨਹੀਂ ਜੀ। ਕਿਉਂਕਿ ਪੈਰੋਲ ਤੋਂ ਬਾਅਦ ਕੈਦੀ ਨੇ ਵਾਪਸ ਜਾਣਾ ਹੁੰਦਾ ਜੀ, ਇਸ ਕਰਕੇ ਸ਼ਾਇਦ ਰੂਟੀਨ ਦੇ ਵਿੱਚ, ਕਿਉਂਕਿ ਇਹ ਚੀਜ਼ਾਂ ਸਿੱਧੀਆਂ ਸਰਕਾਰ ਕੋਲ ਤਾਂ ਕਦੇ ਨਹੀਂ ਹੁੰਦੀਆਂ, ਕੈਦੀਆਂ ਦੀ ਪੈਰੋਲ ਜਿਹੜੀ ਹੈ ਇੱਕ ਲਗਾਤਾਰ ਕੰਟੀਨਿਊਸ ਪ੍ਰੋਸੈਸ ਹੈ।
ਠੀਕ ਹੈ। ਕਿਉਂਕਿ ਹਜ਼ਾਰਾਂ ਕੈਦੀ ਹੁੰਦੇ ਆ, ਅਪਲਾਈ ਕਰਦੇ ਆ, ਡੀਸੀ ਕੋਲ ਜਾਂਦਾ, ਡੀਸੀ ਆਪਣੇ ਲੈਵਲ ਤੇ ਵੈਰੀਫਾਈ ਕਰਾ ਕੇ ਪੁਲਿਸ ਤੋਂ ਵਾਪਸ ਭੇਜ ਦਿੰਦਾ। ਜੀ 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 ਇਸ ਲਈ ਇਹ ਗੱਲਾਂ ਕਦੀ ਸਰਕਾਰ ਲੈਵਲ ਤੇ ਨਹੀਂ ਹੁੰਦੀਆਂ, ਰੂਟੀਨ ਲੈਵਲ ਤੇ। ਜੋ ਮੈਨੂੰ ਪਤਾ ਲੱਗਿਆ ਸੀ ਕਿ ਇਸ ਕਾਰਨ ਕਰਕੇ ਵਾਪਸ ਆ ਗਿਆ ਸੀ ਕਿ ਉਹ ਐਡਰੈਸ ਜਿਹੜਾ ਉਸ ਵੇਲੇ ਸਹੀ ਨਹੀਂ ਸੀ। ਅੱਛਾ, ਤੇ ਡਾਕਟਰ ਸਾਹਿਬ ਤੁਹਾਡੀ ਗੱਲਬਾਤ ਕਰਨਾਟਕਾ, ਗੁਜਰਾਤ, ਉੱਤਰ ਪ੍ਰਦੇਸ਼ ਤੇ ਯੂਟੀ ਉਹਨਾਂ ਸਰਕਾਰਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਹੋ ਚੁੱਕੀ ਹੈ? ਹਾਂਜੀ, ਯੂਪੀ ਦੇ ਮੁੱਖ ਮੰਤਰੀ ਸਾਹਿਬ ਆਪ 2 ਵਾਰੀ ਬੇਨਤੀ ਕਰ ਚੁੱਕੇ ਆ। ਗੁਜਰਾਤ ਦੇ ਮੁੱਖ ਮੰਤਰੀ ਨੂੰ ਵੀ ਆਪ ਜਾਤੀ ਤੌਰ ਤੇ ਉਹਨਾਂ ਨੇ ਮਿਲ ਕੇ ਬੇਨਤੀ ਕੀਤੀ ਹੈ। ਬੜੈਲ ਜੇਲ੍ਹ ਦੇ ਵੀ ਅਸੀਂ ਪੰਜਾਬ ਸਰਕਾਰ ਦੇ ਜਿਹੜੇ ਸਾਡੇ ਸਾਰੇ ਅਧਿਕਾਰੀ ਨੇ, ਮੁੱਖ ਮੰਤਰੀ ਸਾਹਿਬ ਆਪ ਲਗਾਤਾਰ ਉਹਨਾਂ ਦੇ ਸੰਪਰਕ 'ਚ। ਜੀ, ਤੇ ਡਾਕਟਰ ਸਾਹਿਬ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਅਗਰ ਇਹ ਆਉਣਗੇ, ਇਹਨਾਂ ਦੀ ਰਿਹਾਈ ਜਿਹੜੀ ਹੈ ਉਹ ਪੈਰੋਲ ਦੇ ਉੱਤੇ ਹੋਏਗੀ, ਪੈਰੋਲ ਦੇ ਲਈ ਇਹ ਕੀਤਾ ਜਾ ਰਿਹਾ ਹੈ। ਇਹਦਾ ਮਤਲਬ ਇਹਨਾਂ ਨੂੰ ਪੈਰੋਲ ਜਿਹੜੀ ਹੈ ਉਹ ਜਿੰਨੇ ਦਿਨ ਦੀ ਮਿਲੇਗੀ ਜਾਂ ਜਿੰਨੇ ਮਹੀਨੇ, ਜਿੰਨੀ ਦੇਰ ਦੀ, ਉਹਦੇ ਬਾਅਦ ਫਿਰ ਇਹਨਾਂ ਨੂੰ ਉਹਨਾਂ ਜੇਲ੍ਹਾਂ 'ਚ ਕਰਨਾਟਕਾ, ਗੁਜਰਾਤ ਤੇ ਉੱਤਰ ਪ੍ਰਦੇਸ਼ ਜਾਣਾ ਪਏਗਾ? ਦੇਖੋ, ਗੱਲ ਇਹ ਕਿ ਜਿਹੜੀ ਪ੍ਰੀ ਮੈਚੁਰ ਰਿਲੀਜ਼ ਦਾ ਪ੍ਰੋਸੀਜਰ ਕੈਦੀਆਂ ਦਾ ਇਹੀ ਹੈ। ਹਾਂਜੀ ਹਾਂਜੀ, ਕਿਉਂਕਿ ਉਸ ਤੋਂ ਬਾਅਦ ਜਿਹੜਾ ਹੈਗਾ ਜੇਲ੍ਹ ਦਾ ਪ੍ਰਸ਼ਾਸਨ ਔਰ ਜਿਹੜਾ ਜਸਟਿਸ ਡਿਪਾਰਟਮੈਂਟ ਹੁੰਦਾ ਜੀ, ਉਹਨਾਂ ਨੇ ਇੱਥੋਂ ਹੀ ਦੇਖਣਾ ਹੁੰਦਾ ਕਿ ਕਿਉਂਕਿ ਕੈਦੀ ਇੱਕ ਵਾਰੀ ਆਪਣੇ ਘਰ ਗਿਆ, ਛੁੱਟੀ ਕੱਟ ਕੇ ਆਇਆ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ, ਵਾਪਸ ਆਪਣੇ ਆਪ ਆਰਾਮ ਨਾਲ ਆ ਗਿਆ ਜੀ, ਉਹਦਾ ਜਿਹੜਾ ਇਹ ਡਿਸਪਲਿਨ ਹੈ ਇਹਦੇ ਬੇਸ ਤੇ ਅਲਟੀਮੇਟਲੀ ਪ੍ਰੀ ਮੈਚੁਰ ਕੀਤਾ ਜਾਂਦਾ ਕਿ ਅੱਗੇ ਪੈਰੋਲ ਤੇ ਜਾ ਚੁੱਕਿਆ, ਪੈਰੋਲ ਤੇ ਕੋਈ ਤਕਲੀਫ ਨਹੀਂ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ, ਇੰਨੀ ਇਹਦੀ ਕੈਦ ਕੱਟੀ ਜਾ ਸਕਦੀ ਹੈ ਇਨਸਾਨੀਅਤ ਨਾਤੇ ਜਾਂ ਮੈਡੀਕਲ ਗਰਾਊਂਡ ਤੇ ਜਾਂ ਹੋਰ ਕਾਰਨਾਂ ਕਰਕੇ ਜੀ, ਤੇ ਅਗਰ ਇਹਨੂੰ ਭੇਜਿਆ ਜਾਂਦਾ ਤੇ ਕੋਈ ਪ੍ਰੋਬਲਮ ਨਹੀਂ। ਇਸ ਕਰਕੇ ਪ੍ਰੋਸੀਜਰ ਪੈਰੋਲ ਤੋਂ ਹੀ ਸ਼ੁਰੂ ਹੁੰਦਾ ਹਮੇਸ਼ਾ, ਉਸੇ ਰੈਪੂਟੇਸ਼ਨ ਦੇ ਉੱਤੇ ਹੀ ਜਿਹੜੀ ਅੱਗੇ ਹੁੰਦੀ ਹੈ, ਬਾਕੀ ਵੀ ਪ੍ਰੀ ਮੈਚੁਰ ਰਿਲੀਜ਼ ਹੁੰਦੀ ਹੈ। ਅੱਛਾ, ਤੁਹਾਡਾ ਮਤਲਬ ਜਿਨ੍ਹਾਂ ਦੀ 14 ਸਾਲ ਤੋਂ ਜਾਂ 15 ਸਾਲ ਜਾਂ 20 ਸਾਲ ਤੋਂ ਉੱਤੇ ਹੋ ਗਈ ਹੈ, ਪਹਿਲਾਂ ਉਹ ਪੈਰੋਲ ਦੇ ਉੱਤੇ ਆਣਗੇ, ਉਹਦੇ ਬਾਅਦ ਉਹਨਾਂ ਦੀ ਪ੍ਰੀ ਮੈਚੁਰ ਜਿਹੜੀ ਹੈ ਉਹ ਰਿਲੀਜ਼ ਲਈ ਫਿਰ ਉਹਦੇ ਬਾਅਦ ਪ੍ਰੋਸੈਸ ਸ਼ੁਰੂ ਹੋਏਗਾ, ਤੁਸੀਂ ਇਹ ਦੱਸਣਾ ਚਾਹੁੰਦੇ ਹੋ? ਨਹੀਂ, ਪੈਰੋਲ ਤਾਂ ਵੈਸੇ ਜਿਹੜੀ ਹੈ ਕਈ ਵਾਰੀ ਪਹਿਲਾਂ ਵੀ ਜਿਹੜੀ ਕੈਦੀਆਂ ਨੂੰ ਲਗਾਤਾਰ ਮਿਲਦੀ ਰਹਿੰਦੀ ਹੈ। ਨਹੀਂ, ਪੈਰੋਲ ਤੋਂ ਬਾਅਦ ਉਹ ਪ੍ਰੀ ਮੈਚੁਰ ਕੈਦੀ ਦਾ ਜਿਹੜਾ ਪੈਰੋਲ ਦੇ ਉੱਤੇ ਬਿਹੇਵੀਅਰ ਹੈ, ਇਹ ਉਹਦੇ ਪ੍ਰੀ ਮੈਚੁਰ ਰਿਲੀਜ਼ ਵਾਸਤੇ ਹੈਲਪ ਜ਼ਰੂਰ ਕਰਦਾ। ਇਹੀ ਮੈਂ ਕਹਿ ਰਿਹਾ, ਪ੍ਰੀ ਮੈਚੁਰ ਜਦੋਂ ਰਿਲੀਜ਼ ਹੁੰਦੀ ਹੈ ਜੀ, ਉਦੋਂ ਜਿਹੜੀ ਕੈਦੀ ਦੀਆਂ ਇਹ ਚੀਜ਼ਾਂ ਨੇ ਕਿ ਜੇਲ੍ਹ ਦੇ ਅੰਦਰ ਉਹਦਾ ਵਰਤਾਰਾ ਕਿਸ ਤਰ੍ਹਾਂ ਸੀ, ਜੇਲ੍ਹ ਸੁਪਰਡੈਂਟ ਦੀ ਰਿਪੋਰਟ ਕੀ ਕਹਿੰਦੀ ਹੈ, ਜਦੋਂ ਪੈਰੋਲ ਤੇ ਗਿਆ, ਪੈਰੋਲ ਦੇ ਦੌਰਾਨ ਕਦੀ ਵੀ ਕੋਈ ਦਿੱਕਤ ਨਹੀਂ ਆਈ, ਪੂਰੇ ਟਾਈਮ ਸਿਰ ਜਾਂਦਾ ਰਿਹਾ, ਉਹਦਾ ਜਿਹੜਾ ਇਹ ਅਨੁਸ਼ਾਸਨ ਹੈ ਜੀ, ਇਹ ਉਹਦੇ ਜਦੋਂ ਐਲੀਜੀਬਲ ਹੁੰਦਾ 14 ਸਾਲ ਬਾਅਦ ਜਿਹੜੀ ਪ੍ਰੀ ਮੈਚੁਰ ਰਿਲੀਜ਼ ਦਾ ਜਿਹੜਾ ਮਸਲਾ ਨਾ, ਇਹ ਸਿਰਫ ਉਮਰ ਕੈਦ ਵਾਲੇ ਕੈਦੀਆਂ ਦੇ ਮਾਮਲੇ 'ਚ ਹੀ ਜਿਹੜਾ ਹੁੰਦਾ। ਬਾਕੀ ਜਿਹੜੀਆਂ ਕੈਦਾਂ ਹੁੰਦੀਆਂ ਉਹ ਤਾਂ ਜਿੰਨਾ ਸਮਾਂ ਹੁੰਦਾ 7, 8 ਸਾਲ, 10 ਸਾਲ ਜਿੰਨਾ ਹੁੰਦਾ ਜੀ, ਉਹਦੇ ਬਾਅਦ ਹੀ ਰਿਲੀਜ਼ ਹੁੰਦੇ ਜੀ। ਜੀ, ਜਿਹੜਾ ਪ੍ਰੀ ਮੈਚੁਰ ਰਿਲੀਜ਼ ਵਾਲਾ ਮਸਲਾ ਇਹ ਹੁੰਦਾ ਹੀ ਜਿਹੜਾ ਉਮਰ ਕੈਦੀਆਂ ਦੇ ਮਾਮਲੇ ਦੇ ਵਿੱਚ ਹੀ ਇਹਦਾ ਸਵਾਲ ਖੜਾ ਹੁੰਦਾ ਜੀ। ਉਹਦੇ ਵਿੱਚ ਹੁਣ ਜਿਹੜਾ ਕਾਨੂੰਨ ਹੈਗਾ ਉਹਦੇ ਮੁਤਾਬਕ ਇਹ ਹੈ ਕਿ ਜਦੋਂ 14 ਸਾਲ ਉਹ ਕੱਟ ਲੈਂਦਾ ਹਾਂਜੀ, ਉਸ ਤੋਂ ਬਾਅਦ ਸੁਪਰੀਮ ਕੋਰਟ ਦੀ ਜੱਜਮੈਂਟਸ ਨੇ ਕਿ 14 ਸਾਲ ਤੋਂ ਬਾਅਦ ਹੀ ਉਹ ਅਪਲਾਈ ਕਰ ਸਕਦਾ ਕਿ ਮੈਨੂੰ ਪ੍ਰੀ ਮੈਚੁਰ ਰਿਲੀਜ਼ ਦਿੱਤੀ ਜਾਵੇ। ਅੱਛਾ ਜੀ, ਇਹ ਨਹੀਂ ਹੈ ਕਿ ਉਹ ਜਿਹੜਾ ਉਹਦਾ ਹੱਕ ਬਣਦਾ, ਉਹਦਾ ਮਤਲਬ ਇੰਨਾ ਹੱਕ ਬਣਦਾ ਕਿ ਉਹ ਅਪਲਾਈ ਕਰ ਸਕਦਾ, 14 ਤੋਂ ਪਹਿਲਾਂ ਅਪਲਾਈ ਵੀ ਨਹੀਂ ਕਰ ਸਕਦਾ। ਠੀਕ ਹੈ, ਜੇ 14 ਸਾਲ ਉਹਦੀ ਕੱਟੀ ਹੋਈ ਆ ਤੇ ਫਿਰ ਉਹਦਾ ਇਹ ਰਾਈਟ ਉਹਨੂੰ ਮਿਲਦਾ ਕਿ ਉਹ ਅਪਲਾਈ ਕਰ ਸਕਦਾ ਔਰ ਜੇਲ੍ਹ ਡਿਪਾਰਟਮੈਂਟ ਫਿਰ ਉਹਦਾ ਫਾਰਵਰਡ ਕਰਦਾ ਸਰਕਾਰ। ਠੀਕ, ਡਾਕਟਰ ਸਾਹਿਬ ਤੁਹਾਡੇ ਕੋਲ ਕੋਈ ਸਟੈਟਿਸਟਿਕਸ ਹੈਗਾ ਕਿ ਕਿੰਨੇ ਕੁ ਸਿੰਘ ਹੈਗੇ ਜਿਨ੍ਹਾਂ ਦੀ 14 ਸਾਲ ਪੂਰੀ ਹੋ ਚੁੱਕੀ ਹੈ ਤੇ ਹਿੰਦੁਸਤਾਨ ਦੀਆਂ ਵੱਖ-ਵੱਖ ਜੇਲ੍ਹਾਂ 'ਚ ਹੈਗੇ? ਇਹ 6 ਨਿਕਲਿਆ ਜੀ, ਹਾਲੇ ਤੱਕ ਤਾਂ ਹੋਰ ਕੋਈ ਵੀ ਹੈ ਕਿਤੋਂ ਵੀ ਨਵੀਂ ਇਸ ਤੋਂ ਬਾਅਦ ਐਡੀਸ਼ਨ ਨਹੀਂ ਆਈ। ਠੀਕ ਹੈ, ਇਹ ਹੈਗੇ 6 ਜਿਨ੍ਹਾਂ ਦੇ ਵਿੱਚ ਜਿਹੜੀ ਹੈ ਇਹ ਮੰਗ ਉੱਠੀ ਹੈ, ਅਦਰਵਾਈਜ਼ ਹੋਰ ਕਿਤੋਂ ਵੀ ਕੋਈ ਕਿਸੇ ਤਰ੍ਹਾਂ ਦਾ ਕੇਸ ਸਾਡੇ ਕੋਲ ਰਿਪੋਰਟ ਨਹੀਂ ਹੈ। ਠੀਕ ਹੈ, ਤੇ ਜੇਕਰ ਜਿੰਨੀ ਦੇਰ ਤੱਕ ਇਹਨਾਂ ਦੀ ਫਾਈਨਲ ਰਿਲੀਜ਼ ਨਹੀਂ ਹੁੰਦੀ, ਜਿਹੜੀ ਤੁਸੀਂ ਪ੍ਰੀ ਰਿਲੀਜ਼ ਦੀ ਗੱਲ ਕਰਦੇ ਹੋ, ਕੀ ਪੰਜਾਬ ਸਰਕਾਰ ਜਾਂ ਤੁਸੀਂ ਕੋਸ਼ਿਸ਼ ਕਰੋਗੇ ਕਿ ਇਹਨਾਂ ਨੂੰ ਘੱਟੋ ਘੱਟ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਤਬਦੀਲ ਕਰ ਦਿੱਤਾ ਜਾਏ ਤਾਂ ਕਿ ਘਰ ਦੇ ਨੇੜੇ ਰਹਿਣ ਔਰ ਉਸ ਵਾਤਾਵਰਣ ਦੇ ਵਿੱਚ ਰਹਿ ਸਕਣ? ਦੇਖੋ, ਅਸੀਂ ਤੇ ਗਵਰਨਮੈਂਟ ਨੇ ਤੇ ਸਾਡੀ ਗਵਰਨਮੈਂਟ ਨੇ ਤੇ ਸਿਰਫ ਐਨਓਸੀ ਦੇਣੀ ਹੁੰਦੀ ਹੈ ਕਿ ਜਦੋਂ ਪੁੱਛਣ ਹਾਂਜੀ ਤਾਂ ਸਾਡੀ ਗਵਰਨਮੈਂਟ ਦਾ ਉਦੋਂ ਹੀ ਸਵਾਲ ਖੜਾ ਹੁੰਦਾ ਜਦੋਂ ਉਹਨਾਂ ਦੀ ਲੈਟਰ ਆਉਂਦੀ ਹੈ ਕਿ ਕੈਦੀ ਦੀ ਰਿਕੁਐਸਟ ਆਈ ਹੈ ਹਾਂਜੀ ਤੇ ਸਟੇਟ ਗਵਰਨਮੈਂਟ ਨੂੰ ਕੋਈ ਇਤਰਾਜ਼ ਤਾਂ ਨਹੀਂ। ਇਸ ਕਰਕੇ ਸਾਡਾ ਤਾਂ ਉਦੋਂ ਸਵਾਲ ਹੁੰਦਾ ਕਿਉਂਕਿ ਪਹਿਲਾਂ ਵੀ ਅਸੀਂ ਤਾਂ ਸ਼ਿਫਟ ਕਰਾਏ ਹੋਇਆ ਕੈਦੀ, ਕੋਈ ਇਹ ਨਹੀਂ ਪਹਿਲੀ ਵਾਰੀ ਨਹੀਂ। ਇੱਕ ਐਕਟ ਵੀ ਹੈਗਾ ਟ੍ਰਾਂਸਫਰ ਆਫ ਪ੍ਰਿਜ਼ਨਰਸ ਐਕਟ ਜੀ, ਉਹਦੇ ਤਹਿਤ ਕੈਦੀ ਜਿਹੜੇ ਸ਼ਿਫਟ ਹੁੰਦੇ ਆ, ਇਹਦੇ ਤੇ ਕੋਈ ਜ਼ਿਆਦਾ ਕੋਈ ਮਸਲਾ ਨਹੀਂ ਹੈ। ਅੱਛਾ ਡਾਕਟਰ ਸਾਹਿਬ, ਇੱਕ ਛੋਟਾ ਜਿਹਾ ਸਵਾਲ ਹੈ ਕਿਉਂਕਿ ਜਦੋਂ ਉਹਨਾਂ ਨੇ 14 ਨਵੰਬਰ ਨੂੰ ਸ਼ੁਰੂ ਕੀਤਾ, ਜਿਹੜਾ ਭੁੱਖ ਹੜਤਾਲ ਸ਼ੁਰੂ ਕੀਤੀ, ਕਾਫੀ ਲੰਬਾ ਸਮਾਂ ਹੋਇਆ, ਪਰ
ਸ਼ਾਇਦ ਹਾਲੇ ਤੱਕ ਜਾਂ ਇਸ ਤੋਂ ਕੁਛ 1-2 ਦਿਨ ਤੱਕ ਪੰਜਾਬ ਸਰਕਾਰ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਅਫੀਸ਼ੀਅਲ ਇਹਦੇ ਤੇ ਕੋਈ ਪ੍ਰਤੀਕਰਮ ਨਹੀਂ ਜਾਰੀ ਕੀਤਾ, ਮਤਲਬ ਜਿਸ ਤਰ੍ਹਾਂ ਬਿਲਕੁਲ ਇਸ ਦੇ ਉੱਤੇ ਚੁੱਪੀ ਸੀਗੀ, ਇਹਦਾ ਕੀ ਕਾਰਨ ਸੀ? ਨਹੀਂ, ਚੁੱਪੀ ਤਾਂ ਨਹੀਂ ਸੀ। ਕੋਸ਼ਿਸ਼ ਤੇ ਨਾਲ ਦੀ ਨਾਲ ਹੀ ਜਿਹੜੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਪਹਿਲਾਂ ਡਿਟੇਲਸ ਕਿਸਮ ਦੀਆਂ ਨਹੀਂ ਸੀਗੀਆਂ ਕਿਸੇ ਦੇ ਕੋਲ ਵੀ ਕੀ ਡਿਮਾਂਡ ਹੈ, ਕਿਹਨੂੰ ਰਿਲੀਜ਼ ਹੋਣਾ ਚਾਹੀਦਾ। ਹੌਲੀ ਹੌਲੀ ਡਿਟੇਲਸ ਆਈਆਂ, ਡਿਟੇਲਸ ਵੈਰੀਫਾਈ ਹੁੰਦੀਆਂ ਨੇ। ਇਸ ਕਰਕੇ ਕੰਮ ਤੇ ਨਾਲ ਦੀ ਨਾਲ ਹੀ ਜਦੋਂ ਗੱਲ ਉੱਠੀ ਸੀ ਉਦੋਂ ਹੀ ਨਾਲ ਦੀ ਨਾਲ ਸ਼ੁਰੂ ਹੋ ਗਿਆ ਸੀਗਾ ਜੀ। ਲੇਕਿਨ ਕਾਫੀ ਦੇਰ ਪਹਿਲਾਂ ਕਨਫਿਊਜ਼ਨ ਸੀ। ਪਹਿਲਾਂ ਸੀ ਕਿ ਸੈਂਕੜੇ ਦੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਨੇ ਜੇਲ੍ਹਾਂ ਦੇ ਵਿੱਚ ਬੰਦ ਨੇ, ਹੌਲੀ ਹੌਲੀ ਘਟਦੀ ਫਿਰ 6 ਤੇ ਗੱਲ ਆ ਗਈ ਕਿ 6 ਨੇ, ਔਰ ਐਂਡ ਤੇ ਆ ਕੇ ਇਹਨਾਂ 6 ਦੀ ਫਿਰ ਉਹਨਾਂ ਸਟੇਟ ਗਵਰਨਮੈਂਟਾਂ ਤੋਂ ਵੈਰੀਫਾਈ ਕੀਤਾ ਗਿਆ ਕਿ ਕੀ ਇਹਦੇ ਇਫੈਕਟਸ ਨੇ, ਕੀ ਨੇ। ਜੀ 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 ਡਾਕਟਰ ਸਾਹਿਬ, ਇੱਕ ਹੋਰ ਛੋਟਾ ਜਿਹਾ ਸਵਾਲ ਹੈਗਾ ਕਿ ਜਦੋਂ ਰਾਜੀਵ ਲੋਂਗੋਵਾਲ ਅਕਾਰਡ ਹੋਇਆ, ਉਹਦੀ ਧਾਰਾ 6 ਦੇ ਵਿੱਚ ਇਹ ਲਿਖਿਆ ਸੀ ਕਿ ਆਰਮਡ ਫੋਰਸਸ ਸਪੈਸ਼ਲ ਪ੍ਰੋਟੈਕਸ਼ਨ ਐਕਟ ਖਤਮ ਕਰ ਦਿੱਤਾ ਜਾਏਗਾ ਤੇ ਸਧਾਰਨ ਅਦਾਲਤਾਂ ਦੇ ਵਿੱਚ ਹੀ ਮੁਕੱਦਮੇ ਚੱਲਣਗੇ ਸਧਾਰਨ ਐਕਟ ਦੇ ਵਿੱਚ। ਪਰ ਹਾਲੇ ਵੀ ਮਤਲਬ ਉਹ ਤਾਂ ਐਕਟ ਖਤਮ ਹੋ ਗਿਆ, ਪਰ ਕਾਫੀ ਸਿੰਘਾਂ ਦੇ ਉੱਤੇ ਉਹ ਟਾਡਾ ਐਕਟ ਅਜੇ ਵੀ ਲੱਗਾ। ਹਾਲਾਂਕਿ ਟਾਡਾ ਐਕਟ ਖਤਮ ਵੀ ਹੋ ਗਿਆ, ਪਰ ਉਹ ਉਹਨਾਂ ਦੇ ਉੱਤੇ ਚੱਲ ਰਿਹਾ। ਇਹਦਾ ਕੀ ਕਾਰਨ ਹੈਗਾ? ਨਹੀਂ, ਅੱਜ ਦੇ ਕੇਸ ਨਹੀਂ, ਕੇਸ ਬਹੁਤ ਪੁਰਾਣੇ ਆ। ਜਿਵੇਂ ਲੁਧਿਆਣੇ ਵਾਲਾ ਜਿਹੜਾ ਕੇਸ ਸੀ 1987 ਦਾ ਕੇਸ ਸੀ ਜੀ, ਜਿਹੜਾ ਇਹ ਇਕੱਲਾ ਟਾਡਾ ਐਕਟ ਨਹੀਂ, ਜਿਹੜੇ ਦਿੱਲੀ ਸਪੈਸ਼ਲ ਪੁਲਿਸ ਐਕਟ ਹੈਗਾ ਜਿਹਦੇ ਅੰਦਰ ਸੀਬੀਆਈ ਇਨਵੈਸਟੀਗੇਸ਼ਨ ਕਰਦੀ ਹੈ ਜੀ, ਉਹਨਾਂ ਦੇ ਕੇਸਾਂ ਦੇ ਵਿੱਚ ਵੀ ਜਿਹੜੀ ਹੈ ਸਟੇਟ ਗਵਰਨਮੈਂਟਾਂ ਦੇ ਉੱਤੇ ਬੰਦਸ਼ ਹੈ ਕਿ ਸਟੇਟ ਗਵਰਨਮੈਂਟਾਂ ਫੈਸਲਾ ਨਹੀਂ ਲੈ ਸਕਦੀਆਂ। ਉਹਦਾ ਫੈਸਲਾ ਵੀ ਜਿਹੜੀ ਯੂਨੀਅਨ ਹੋਮ ਮਿਨਿਸਟਰੀ ਹੈ ਦੇਸ਼ ਦੀ ਉਹ ਕਰਦੀ ਹੈ ਜੀ ਜੀ ਜੀ। ਇਸ ਕਰਕੇ ਜਿਹੜੇ ਪੁਰਾਣੇ ਟਾਡਾ ਦੇ ਕੇਸ ਨੇ ਉਹ ਵੀ ਜਿਹੜੇ ਸੀਬੀਆਈ ਦੇ ਇਨਵੈਸਟੀਗੇਸ਼ਨ ਵਾਲੇ ਕੇਸ ਨੇ ਸਾਰੇ, ਕੋਈ ਵੀ ਟੈਰਰਿਸਟ ਰਿਲੇਟਡ ਕੇਸ ਹੈ ਜੀ, ਉਹਨਾਂ ਤੇ ਵੀ ਸਾਰਿਆਂ ਤੇ ਸਟੇਟ ਗਵਰਨਮੈਂਟਾਂ ਤੇ ਪਾਬੰਦੀ ਹੈ ਕਿ ਸਟੇਟ ਗਵਰਨਮੈਂਟਾਂ ਉਹਨਾਂ ਦੀ ਪ੍ਰੀਮੈਚੁਰ ਰਿਲੀਜ਼ ਜਿਹੜੀ ਆ ਹੋਮ ਮਿਨਿਸਟਰੀ ਦੇ ਆਰਡਰ ਤੋਂ ਬਿਨਾਂ ਨਹੀਂ ਕਰ ਸਕਦੀ ਜੀ, ਬਿਲਕੁਲ ਨਹੀਂ ਕਰ ਸਕਦੀ। ਮੈਂ ਉਹੀ ਬੇਨਤੀ ਕਰ ਰਿਹਾ ਸੀ ਕਿ ਜੇ ਉਸ ਸਮਝੌਤੇ ਦੇ ਵਿੱਚ ਉਹ ਸਪੈਸ਼ਲ ਐਕਟ ਖਤਮ ਕਰ ਦਿੱਤੇ ਗਏ ਤਾਂ ਕੀ ਅਕਾਲੀ ਦਲ ਇਹਦੇ ਲਈ ਵੀ ਕੋਸ਼ਿਸ਼ ਕਰੇਗਾ ਕਿ ਇਹ ਵੀ ਜਿਹੜੀਆਂ ਸਪੈਸ਼ਲ ਪ੍ਰੋਵੀਜ਼ਨ ਖਤਮ ਕੀਤੀਆਂ ਜਾਣ ਤੇ ਸਧਾਰਨ ਅਦਾਲਤਾਂ ਦੇ ਵਿੱਚ ਹੀ, ਆਰਡੀਨਰੀ ਐਕਟਸ ਦੇ ਵਿੱਚ ਹੀ ਇਹ ਮੁਕੱਦਮੇ ਚਲਾਏ ਜਾਣ? ਹੁਣ ਜਿਹੜੀ ਸੀਬੀਆਈ ਹੈ, ਸੀਬੀਆਈ ਦੇ ਕੇਸ ਤਾਂ ਜਿਹੜੀਆਂ ਸੀਬੀਆਈ ਦੀਆਂ ਸਪੈਸ਼ਲ ਕੋਰਟਸ ਬਣੀਆਂ ਹੋਈਆਂ ਨੇ, ਹੈ ਤਾਂ ਉਹੀ ਅਦਾਲਤਾਂ ਨੇ, ਲੇਕਿਨ ਉਹ ਸੀਬੀਆਈ ਦੀਆਂ ਡੈਜ਼ਿਗਨੇਟਡ ਕੋਰਟਸ ਹੈਗੀਆਂ ਨੇ ਹਾਂਜੀ, ਉਹਨਾਂ ਦੇ ਕੇਸ ਤਾਂ ਸਾਰੇ ਦੇਸ਼ ਦੇ ਵਿੱਚ ਉਹਨਾਂ ਅਦਾਲਤਾਂ 'ਚ ਚੱਲਦੇ ਆ ਜੀ 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 ਜੀ। ਤੇ ਡਾਕਟਰ ਸਾਹਿਬ, ਕਿ ਤੁਹਾਨੂੰ ਇੱਕ ਲੱਗਦਾ ਨਹੀਂ ਕਿ ਜਦੋਂ ਇਹਨਾਂ ਨੂੰ ਤਾਂ ਇੰਨੀਆਂ ਲੰਬੀਆਂ ਸਜ਼ਾਵਾਂ ਹੋ ਗਈਆਂ, ਪਰ ਜਦੋਂ ਰੂਲ ਆਫ ਲਾ ਨਾ ਹੋਏ ਦੇਸ਼ ਵਿੱਚ, ਜਿਨ੍ਹਾਂ ਦੇ ਉੱਤੇ ਮੁਕੱਦਮੇ ਚੱਲਣੇ ਚਾਹੀਦੇ ਸੀ, ਉਹ ਇਨਸਾਫ ਨਹੀਂ ਮਿਲਿਆ, ਕੀ ਇਸ ਦੇ ਨਾਲ ਇੱਕ ਥੋੜੀ ਜਿਹੀ ਫੀਲਿੰਗ ਕ੍ਰੀਏਟ ਨਹੀਂ ਹੁੰਦੀ ਕਿ ਬੇਗਾਨਗੀ ਦਾ ਅਹਿਸਾਸ ਨਹੀਂ ਹੁੰਦਾ, ਜਿਵੇਂ ਦਿੱਲੀ ਦੇ ਕਤਲੇਆਮ ਦਾ ਹਾਲੇ ਤੱਕ ਕੁਝ ਨਹੀਂ ਕੀਤਾ ਗਿਆ? ਥੋੜੀ ਜਿਹੀ ਬਹੁਤ ਜ਼ਿਆਦਾ ਲੋਕਾਂ ਨੂੰ ਫੀਲ ਹੁੰਦੀ ਹੈ। ਉਹਦੇ ਮੁੱਦਾ ਅਸੀਂ ਇੱਕ ਵਾਰੀ ਨਹੀਂ, ਲਗਾਤਾਰ ਇਸ ਮੁੱਦੇ ਦੇ ਉੱਤੇ ਸੰਘਰਸ਼ ਕਰਦੇ ਆ। ਪਾਰਲੀਮੈਂਟ ਦੇ ਅੰਦਰ ਵੀ, ਸਟੇਟ ਅਸੈਂਬਲੀ 'ਚ ਵੀ ਅਸੀਂ ਇਸ ਵਾਰੀ ਵੀ ਜਿਹੜੀ 1984 ਦਾ ਆਪਣੇ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੀ ਹੈ ਜ਼ਿਕਰ ਵਾਰ-ਵਾਰ ਹੋਇਆ ਜੀ, ਇਹ ਬਹੁਤ ਜਿਹੜੀ ਹੈ ਸਾਰੇ ਲੋਕੀ ਫੀਲ ਕਰਦੇ ਆ, ਇਕੱਲਾ ਸਿੱਖੀ ਨਹੀਂ ਫੀਲ ਕਰਦੇ, ਜਿਹੜੇ ਹੋਰ ਵੀ ਲੋਕੀ ਮਨੁੱਖੀ ਅਧਿਕਾਰਾਂ ਦੇ ਵਿੱਚ ਵਿਸ਼ਵਾਸ ਰੱਖਦੇ ਆ ਚਾਹੇ ਦੂਜਾ ਧਰਮਾਂ ਦੇ ਆ, ਉਹ ਵੀ ਫੀਲ ਕਰਦੇ ਜੀ। ਇਹ ਕੋਈ ਚੰਗੀ ਗੱਲ ਨਹੀਂ, ਕਿਉਂਕਿ 30 ਸਾਲ ਲਗਾਤਾਰ ਇਨਸਾਫ ਤਾਂ ਕੀ ਦੇਣਾ ਸੀ, ਉਲਟਾ ਦੂਜੇ ਪਾਸੇ ਜਿਹਨਾਂ ਲੋਕਾਂ ਨੇ ਉਹ ਜਿਹੜਾ ਕਤਲੇਆਮ ਕਰਾਇਆ ਸੀ ਉਹਨਾਂ ਨੂੰ ਨਵਾਜਿਆ ਗਿਆ, ਉਹਨਾਂ ਨੂੰ ਵਾਰ-ਵਾਰ ਪਾਰਲੀਮੈਂਟ ਦੀਆਂ ਟਿਕਟਾਂ ਦਿੱਤੀਆਂ ਗਈਆਂ, ਵਾਰ-ਵਾਰ ਐਮਐਲਏ ਦੀਆਂ ਟਿਕਟਾਂ ਦਿੱਤੀਆਂ ਗਈਆਂ। ਹੁਣ ਵੀ ਸੱਜਣ ਕੁਮਾਰ ਦਾ ਮੁੰਡਾ ਜਿਹੜਾ ਦਿੱਲੀ ਦੇ ਵਿੱਚ ਇਲੈਕਸ਼ਨ ਲੜਿਆ ਕਾਂਗਰਸੀ ਟਿਕਟ ਦੇ ਉੱਤੇ, ਜਗ ਪ੍ਰਵੇਸ਼ ਚੰਦ, ਇਹਨਾਂ ਚੀਜ਼ਾਂ ਦਾ ਰੋਸ ਤਾਂ ਰਹਿੰਦਾ ਹੀ ਲੋਕਾਂ ਦੇ ਵਿੱਚ ਜੀ 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 ਜੀ। ਤੇ ਡਾਕਟਰ ਸਾਹਿਬ, ਉਹਨਾਂ ਦਾ ਤੁਸੀਂ ਡਾਕਟਰ ਵੀ ਹੋ, ਰਾਜਨੀਤਿਕ ਵੀ ਹੋ, ਸਲਾਹਕਾਰ ਵੀ ਹੋ, ਭਾਈ ਗੁਰਬਖਸ਼ ਸਿੰਘ ਦੀ ਹਾਲਤ ਕੀ ਹੈਗੀ ਹੈ ਮੈਡੀਕਲੀ? ਉਹਨਾਂ ਨੂੰ ਮੈਡੀਕਲੀ ਜਿਹੜੀ ਕੱਲ 2 ਦਿਨ ਦੀ ਸਮੱਸਿਆ ਹੈ ਕਿ ਠੰਡ ਜ਼ਿਆਦਾ ਕਰਕੇ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਤੁਸੀਂ ਜਿਹੜੀ ਹੈ ਬਹੁਤ ਜ਼ਿਆਦਾ ਠੰਡ ਹੋਣ ਕਰਕੇ ਕੱਲ ਉਹਨਾਂ ਦੀ ਜਿਹੜੀ ਹੈ ਖਾਂਸੀ ਵਗੈਰਾ ਤੇ ਥੋੜੀ ਨਮੂਨੀਆ ਦੀ ਸ਼ਿਕਾਇਤ ਸ਼ੁਰੂ ਹੋਈ ਸੀ। ਅੱਛਾ, ਕੱਲ ਅਸੀਂ ਤਾਂ ਰਿਕੁਐਸਟ ਕੀਤੀ ਸੀ ਕਿ ਇੱਥੇ ਫੋਰਟਿਸ ਹਸਪੀਟਲ ਉਹਨਾਂ ਨੂੰ ਐਡਮਿਟ ਕਰਾਤਾ ਜਾਵੇ ਜੀ, ਪਰ ਉਸ ਗੱਲ ਤੇ ਉਹ ਨਹੀਂ ਮੰਨੇ। ਫਿਰ ਸੀਐਮ ਸਾਹਿਬ ਨੇ ਆਰਡਰ ਕਰਕੇ ਫੋਰਟਿਸ ਦੀ ਜਿਹੜੀ ਟੀਮ ਹੈ, ਜਿਹੜਾ ਬੈਸਟ ਹਸਪੀਟਲ ਹੈ ਬਹਾਲੀ, ਉਹ ਉੱਥੇ ਡਿਪਿਊਟ ਕੀਤੀ ਹੈ। ਉਹਨਾਂ ਨੂੰ ਉੱਥੋਂ ਟੈਂਟ ਚੋਂ ਰਿਕੁਐਸਟ ਕੀਤੀ ਸੀ ਵੀ ਪਿੱਛੇ ਗੁਰਦੁਆਰਾ ਸਾਹਿਬ ਦੇ ਅੰਦਰ ਇਮਾਰਤ ਦੇ ਵਿੱਚ ਜਿਹੜੀ ਹੈ, ਜਿੱਥੇ ਥੋੜੇ ਬਹੁਤਾ ਹੀਟਰ ਵਗੈਰਾ ਲਾ ਕੇ ਗਰਮੀ ਦੇ ਨਾਲ ਉਹਨਾਂ ਨੂੰ ਸੇਫਲੀ ਰੱਖਿਆ ਜਾ ਸਕੇ, ਉਹ ਸ਼ਾਇਦ ਰਾਤੀ ਜਿਹੜੇ ਆ ਉਹਦੇ ਵਾਸਤੇ ਸਹਿਮਤ ਹੋਏ ਸੀ ਕਿ ਅਸੀਂ ਪਿੱਛੇ ਹਾਲ ਦੇ ਵਿੱਚ ਸ਼ਿਫਟ ਕਰ ਦਿੰਦੇ ਹਾਂ, ਕਿਉਂਕਿ ਠੰਡ, ਕਿਉਂਕਿ ਕੁਦਰਤੀ ਮੌਸਮ ਹੈ ਤੇ ਬਾਹਰ ਜਿਹੜੀ ਟੈਂਟਾਂ ਦੇ ਵਿੱਚ ਇੰਨੀ ਠੰਡ ਦੇ ਵਿੱਚ ਰਹਿਣਾ
ਹਾਂਜੀ ਉਹਦੇ ਵਾਸਤੇ ਉਹਨਾਂ ਵਾਸਤੇ ਵੀ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹਨਾਂ ਦੇ ਸਾਥੀ ਨੇ ਸਾਰਿਆਂ ਵਾਸਤੇ ਠੀਕ ਨਹੀਂ ਸੀ। ਜੀ ਇਸ ਕਰਕੇ ਰਾਤੀ ਮੁੱਖ ਮੰਤਰੀ ਸਾਹਿਬ ਨੇ ਆਪ ਆਰਡਰ ਕਰਕੇ ਜਿਹੜੀ ਫੋਰਟਿਸ ਦੀ ਟੀਮ ਨੂੰ ਹਦਾਇਤ ਕੀਤੀ ਕਿ ਉੱਥੇ ਰਵੇ। ਜੀ ਕੋਸ਼ਿਸ਼ ਇਹ ਕੀਤੀ ਸੀ ਕਿ ਉਹ ਜਿਹੜੇ ਹਸਪੀਟਲ ਸ਼ਿਫਟ ਹੋ ਜਾਣ ਤੇ ਪ੍ਰੋਪਰ ਜਿਹੜੀ ਹੈ ਉਹਨਾਂ ਦੀ ਹੋਰ ਵੀ ਟ੍ਰੀਟਮੈਂਟ ਹੋਵੇ, ਜੀ ਪਰ ਉਸ ਵਾਸਤੇ ਉਹ ਸਹਿਮਤ ਨਹੀਂ ਹੋਏ ਤੇ ਫਿਰ ਸਰਕਾਰ ਨੇ ਜਿਹੜੀ ਪਿੱਛੇ ਹਸਪੀਟਲ ਜਿਹੜੀ ਹੈ ਅੰਦਰ ਉਹਦੇ ਗੁਰਦੁਆਰਾ ਸਾਹਿਬ ਦੇ ਇਮਾਰਤ ਦੇ ਅੰਦਰ ਉੱਥੇ ਜਿਹੜੀ ਹੈ ਨਾਲ ਦੀ ਨਾਲ ਡਾਕਟਰਾਂ ਦੀ ਟੀਮ ਜਿਹੜੀ ਹੈ ਉਹਨੂੰ ਹਦਾਇਤ ਕੀਤੀ ਹੈ ਕਿ ਉਹ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਸਮੱਸਿਆ ਨਾ ਆਵੇ। ਇਸ ਕਰਕੇ ਉਹ ਟੀਮ ਸਾਰੀ ਉੱਥੇ ਜਾਂਚ ਕਰੇ, ਟੈਸਟ ਕਰੇ, ਉਹਨਾਂ ਦੀ ਪੂਰੀ ਟ੍ਰੀਟਮੈਂਟ ਕਰੇ। ਮੇਰਾ ਸਿਰਫ ਅਖੀਰਲਾ ਸਵਾਲ ਹੈ ਡਾਕਟਰ ਸਾਹਿਬ, ਕੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਮੰਗ ਦੀ ਪ੍ਰੋੜਤਾ ਕਰਦੀ ਹੈ, ਸਪੋਰਟ ਕਰਦੀ ਹੈ, ਤੇ ਤੁਹਾਨੂੰ ਲੱਗਦਾ ਹੈ ਕਿੰਨੀ ਛੇਤੀ ਇਹ ਮਸਲਾ ਹੱਲ ਹੋ ਜਾਏਗਾ? ਦੇਖੋ, ਜਿਹੜੀ ਇਨਸਾਨੀਅਤ ਦੇ ਨਾਤੇ ਕੁਝ ਗੱਲਾਂ ਹੁੰਦੀਆਂ ਨੇ, ਕਿਉਂਕਿ ਭਾਵੇਂ ਜਿਹੜੀ ਲਾਈਫ ਇੰਪ੍ਰਿਜ਼ਨਮੈਂਟ ਹੈ ਇਹਦੇ ਵਿੱਚ ਰਾਈਟ ਤਾਂ ਨਹੀਂ ਕਿਹਾ ਜਾਂਦਾ ਕਾਨੂੰਨੀ ਤੌਰ ਤੇ ਕਿ ਕਿਸੇ ਦਾ ਰਾਈਟ ਹੈ ਕਿ ਇੰਨੇ ਸਾਲਾਂ ਬਾਅਦ ਉਹ ਘਰ ਚਲਾ ਜਾਏਗਾ, ਲੇਕਿਨ ਇੱਕ ਪ੍ਰੈਸੀਡੈਂਟਸ ਹੁੰਦੀਆਂ ਨੇ, ਰਵਾਇਤਾਂ ਹੁੰਦੀਆਂ ਨੇ ਜਿਹਦੇ ਉੱਤੇ ਸਾਰੇ ਕੰਮ ਚੱਲਦੇ ਨੇ ਕਿ ਬਹੁਤ ਸਾਰੇ ਕੈਦੀਆਂ ਨੂੰ 14 ਸਾਲ ਬਾਅਦ ਜਿਹੜੀ ਹੈ ਛੋਟ ਮਿਲ ਜਾਂਦੀ ਹੈ ਜੀ, ਉਹਨਾਂ ਦੇ ਕੰਡਕਟ ਕਰਕੇ ਜਾਂ ਉਹਨਾਂ ਦੇ ਪਰੋਲ ਦੇ ਬਿਹੇਵੀਅਰ ਕਰਕੇ ਜਾਂ ਹੋਰ ਕਾਰਨਾਂ ਕਰਕੇ ਜਾਂ ਸਿੱਟ ਕਰਕੇ ਜਾਂ ਪਰਿਵਾਰਕ ਮੁਸ਼ਕਲਾਂ ਕਰਕੇ ਜੀ ਮੌਕਾ ਦਿੱਤਾ ਜਾਂਦਾ, ਕਿਉਂਕਿ ਅਲਟੀਮੇਟਲੀ ਜਿਹੜਾ ਜੇਲ੍ਹ ਦਾ ਮਤਲਬ ਹੈ ਉਹ ਇਨਸਾਨ ਨੂੰ ਸੁਧਾਰਨ ਦਾ ਤਾਂ ਕਿ ਉਹਨੂੰ ਜਿਹੜਾ ਖਤਮ ਕਰਨ ਦਾ। ਠੀਕ ਹੈ, ਇਸ ਕਰਕੇ ਇੱਕ ਚੰਗਾ ਇਨਸਾਨ ਘਰ ਜਾਵੇ, ਸੁਸਾਇਟੀ ਦੇ ਵਿੱਚ ਜਾ ਕੇ ਬੈਠੇ, ਆਪਣੇ ਪਰਿਵਾਰ ਦੇ ਵਿੱਚ ਦੁਬਾਰਾ ਜਾ ਕੇ ਬੈਠੇ। ਇਹ ਹੱਕ ਜ਼ਿੰਦਗੀ ਦੇ ਵਿੱਚ ਕਿਸੇ ਵੇਲੇ ਕਿਸੇ ਉਮਰ ਦੇ ਵਿੱਚ ਕੋਈ ਗੱਲ ਹੋ ਜਾਂਦੀ ਹੈ ਤੇ ਇੰਨੀ ਸਜ਼ਾ ਕੱਟਣ ਤੋਂ ਬਾਅਦ ਜਿਹੜਾ ਹੱਕ ਬਾਕੀਆਂ ਨੂੰ ਦਿੱਤਾ ਜਾਂਦਾ ਉਹ ਇਹਨਾਂ ਨੂੰ ਵੀ ਮਿਲ ਜਾਵੇ ਤੇ ਬੜੀ ਚੰਗੀ ਗੱਲ ਹੈ। ਬਿਲਕੁਲ, ਜਿਹੜਾ ਉਹਦੇ ਨਾਲ ਜਿਹੜੀਆਂ ਤੁਸੀਂ ਦੂਜੀਆਂ ਗੱਲਾਂ ਨਾਲ ਕਰਦੇ ਹੋ, ਕੋਈ ਜਿਹੜੀ ਹੁਣੇ ਤੁਸੀਂ ਕੀਤੀ ਹੈ, ਵੀ ਜਿਹੜੀ ਦੂਸਰੀ ਭਾਵਨਾ ਪੈਦਾ ਹੁੰਦੀ ਹੈ ਵੀ ਜਿਨ੍ਹਾਂ ਨੂੰ ਅੰਦਰ ਜਾਣਾ ਚਾਹੀਦਾ ਸੀ ਉਹ 30 ਸਾਲ ਤੋਂ ਬਾਹਰ ਬੈਠੇ ਆ, ਜਿਹੜੇ ਅੰਦਰ ਆ ਬਾਹਰ ਨਹੀਂ ਆ ਰਹੇ, ਜਿਹਨਾਂ ਨੂੰ ਜਾਣਾ ਚਾਹੀਦਾ ਉਹ ਅੰਦਰ ਨਹੀਂ ਜਾ ਰਹੇ। ਇਹ ਜਿਹੜਾ ਡਿਫਰੈਂਸ ਹੈ ਇਹ ਵੀ ਲੋਕਾਂ ਦੀ ਭਾਵਨਾ ਵੀ ਜਿਹੜੀ ਇਹਦੇ ਨਾਲ ਠੀਕ ਜੀ। ਬਿਲਕੁਲ ਬਿਲਕੁਲ, ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ, ਸੋ ਕਿਉਂਕਿ ਜਿਹੜਾ ਪ੍ਰੈਸੀਡੈਂਟ ਹੈ ਉਹ ਵੀ ਇੱਕ ਬਹੁਤ ਵੱਡਾ ਸੋਰਸ ਹੁੰਦਾ ਹੈ ਲਾਅ ਦਾ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਡਾਕਟਰ ਸਾਹਿਬ, ਤੁਸੀਂ ਸਾਰੀ ਪੋਜੀਸ਼ਨ ਨੂੰ ਕਲੀਅਰ ਕੀਤਾ ਔਰ ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਇਹ ਮਸਲਾ ਛੇਤੀ ਤੋਂ ਛੇਤੀ, ਜਿਹੜੀਆਂ ਭਾਵਨਾਵਾਂ ਸਾਰੇ ਕੌਮ ਦੀਆਂ, ਸਾਰੇ ਸੰਸਾਰ ਦੇ ਸਿੱਖਾਂ ਦੀਆਂ ਜੁੜੀਆਂ ਤੇ ਨਾ ਕੇਵਲ ਪੰਜਾਬ ਦੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਇੱਕ ਸਮਾਂ ਹੈ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੁੰਨੇ ਆ। ਤੁਸੀਂ ਕਿਰਪਾ ਕਰਕੇ ਲਾਈਨ ਦੇ ਉੱਤੇ ਰਹੋ ਔਰ ਆਪਣੇ ਵਿਚਾਰ ਜ਼ਰੂਰ ਦੱਸੋ ਕਿ ਤੁਸੀਂ ਇਹ ਸਾਰੀ ਗੱਲਬਾਤ ਸੁਣੀ, ਇਸ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਵੇਖਦੇ ਹੋ। ਇੱਕ ਵਕਫੇ ਦੇ ਬਾਅਦ ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਤੁਸੀਂ ਇਸ ਤੋਂ ਪਹਿਲਾਂ ਵੱਖ-ਵੱਖ ਜਿਹੜੇ ਮਹਿਮਾਨ ਹੈ, ਜਿਹੜੇ ਐਕਸਪਰਟਸ ਹੈ, ਕਾਨੂੰਨੀ ਮਾਹਿਰ, ਉਹਨਾਂ ਦੀ ਗੱਲਬਾਤ ਸੁਣੀ ਔਰ ਅੱਜ ਤੁਸੀਂ ਸਰਕਾਰ ਔਰ ਸ਼੍ਰੋਮਣੀ ਅਕਾਲੀ ਦਲ ਦਾ ਪੱਖ ਵੀ ਡਾਕਟਰ ਦਲਜੀਤ ਸਿੰਘ ਚੀਮਾ ਕੋਲੋਂ ਸੁਣਿਆ। ਤੁਹਾਡੇ ਵਿਚਾਰਾਂ ਦੀ ਲੋੜ ਹੈ, ਸਵਾਗਤ ਹੈ, ਜੀ ਆਇਆਂ ਨੂੰ। ਤੁਸੀਂ ਸਾਨੂੰ 516 825 0006 ਦੇ ਉੱਤੇ ਜ਼ਰੂਰ ਫੋਨ ਕਰਕੇ ਆਪਣੇ ਵਿਚਾਰ ਦਰਜ ਕਰਾਓ। ਹੈਲੋ ਹੈਲੋ ਹੈਲੋ, ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਂਬਾ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਵੀਰ? ਹਾਂਜੀ ਵੀਰ ਜੀ, ਮੈਂ ਕਰਨਜੀਤ ਸਿੰਘ ਬੋਲ ਰਿਹਾ ਪੈਂਸਲਵੇਨੀਆ ਤੋਂ। ਜੀ ਜੀ, ਹੁਕਮ ਕਰੋ। ਨਹੀਂ, ਹੁਕਮ ਤਾਂ ਨਹੀਂ, ਅਰਜੀ ਹੈ। ਤਾਂ ਥੈਂਕ ਯੂ ਤੁਹਾਡਾ, ਤੁਸੀਂ ਇਸ ਸ਼ੋਅ ਦੇ ਵਿੱਚ ਭਾਈ ਗੁਰਬਖਸ਼ ਸਿੰਘ ਦੀ ਨਿਊਜ਼ ਲੈ ਕੇ ਆਏ ਜੀ, ਜਾਂ ਲੈ ਕੇ ਆ ਰਹੇ ਹੋ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਜੀ। ਤੇ ਦੂਜਾ ਇੱਕ ਛੋਟਾ ਜਿਹਾ ਮੈਸੇਜ ਸੀ ਕਿ ਜੇ ਆਪਾਂ ਸਾਰੀ ਸਿੱਖ ਕੌਮ ਜਿੰਨੀ ਵੀ ਹੈ, ਕਿ ਅਗਰ ਆਪਾਂ ਹਿੰਦੀ ਚੈਨਲ ਕਟਵਾਈਏ ਡਿਸ਼ ਨੈਟਵਰਕ ਨੂੰ ਕਹਿ ਕੇ ਕਿ ਇਹ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਨੇ ਸਿੱਖਾਂ ਨਾਲ, ਕੀ ਨਹੀਂ ਕਰਾ ਸਕਦੇ ਆਪਾਂ? ਦੇਖੋ, ਗੱਲ ਇਹ ਹੈ, ਇਸ ਤਰ੍ਹਾਂ ਦਾ ਮੇਰਾ ਖਿਆਲ ਹੈ ਸਟੈਪ, ਕਿਉਂਕਿ ਕਿਸੇ ਭਾਸ਼ਾ ਦੇ ਨਾਲ ਨਹੀਂ ਹੁੰਦਾ ਹੈਗਾ, ਕਿਸੇ ਭਾਸ਼ਾ ਦੇ ਵਿਰੋਧ ਵਿੱਚ ਨਹੀਂ ਅਸੀਂ ਖੜ ਸਕਦੇ। ਬਾਕੀ ਹਰ ਚੈਨਲ ਦੀ, ਹਰ ਇੱਕ ਦੀ ਆਪਣੀ ਮਰਜ਼ੀ ਹੈ। ਤੁਸੀਂ ਉਹਨਾਂ ਚੈਨਲਸ ਵਾਲਿਆਂ ਨਾਲ ਗੱਲ ਕਰ ਸਕਦੇ ਹੋ ਕਿ ਉਹਨਾਂ ਦੀ ਕੀ ਮਜਬੂਰੀ ਹੈ ਜਾਂ ਉਹਨਾਂ ਦੀ ਕੀ ਪਾਲਿਸੀ ਹੈ। ਸੋ ਕਿਸੇ ਦੂਸਰੇ ਦੇ ਬਾਰੇ ਅਸੀਂ ਕੋਈ ਵੀ ਪ੍ਰਤੀਕਰਮ ਹਾਂਜੀ ਨਹੀਂ, ਤੁਸੀਂ ਤਾਂ ਨਹੀਂ ਕਹਿ ਸਕਦੇ, ਮੈਂ ਮੰਨਦਾ ਬਿਜ਼ਨਸ ਵਾਈਜ਼, ਲੇਕਿਨ ਨਹੀਂ, ਬਿਜ਼ਨਸ ਵਾਈਜ਼ ਨਹੀਂ ਮੈਂ ਕਹਿ ਰਿਹਾ, ਮੈਂ ਸਿਧਾਂਤ ਦੀ ਤਰ੍ਹਾਂ ਕਹਿ ਰਿਹਾ। ਕਿਉਂਕਿ ਜੇ ਮੈਂ ਇੱਕ ਗੱਲ ਬੜੀ ਸਪਸ਼ਟ ਕਰ ਦਿਆਂ ਕਿ ਭਾਸ਼ਾ ਦੇ ਨਾਲ ਕੋਈ ਵਿਰੋਧ ਨਹੀਂ ਹੁੰਦਾ,
ਜੇ ਭਾਸ਼ਾ ਦੇ ਨਾਲ ਹੋਏ, ਜਿਸ ਬੰਦੇ ਨੇ ਗੁਰਬਾਣੀ ਸਮਝਣੀ ਹੈ, ਗੁਰਬਾਣੀ ਸਿੱਖਣੀ ਹੈ, ਉਹਨੂੰ ਦੋ ਭਾਸ਼ਾਵਾਂ ਦਾ ਗਿਆਨ ਜ਼ਰੂਰੀ ਹੈ, ਸੰਸਕ੍ਰਿਤ ਦਾ ਤੇ ਫਾਰਸੀ ਦਾ। ਇਹ ਦੋਨੋਂ ਮੂਲ ਸਰੋਤ ਹੈ ਜੇ ਅਗਰ ਗੁਰਬਾਣੀ ਨੂੰ ਸਮਝਣਾ। ਭਾਸ਼ਾ ਦੇ ਵਿਰੋਧ ਵਿੱਚ ਨਹੀਂ। ਹਾਂ, ਕੋਈ ਵਿਅਕਤੀ ਅਗਰ ਪੰਜਾਬੀ ਦੇ ਵਿੱਚ ਵੀ ਗਲਤ ਗੱਲ ਕਰ ਰਿਹਾ ਹੈ ਤਾਂ ਉਹਦਾ ਵਿਰੋਧ ਹੋ ਸਕਦਾ ਹੈ, ਨਾ ਕਿ ਭਾਸ਼ਾ ਦਾ ਔਰ ਭਾਸ਼ਾਈ ਚੈਨਲ ਦਾ। ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਪਰ ਤੁਹਾਨੂੰ ਲੱਗ ਨਹੀਂ ਰਿਹਾ ਕਿ ਆਪਾਂ ਕੋਈ ਵੀ ਨਿਊਜ਼ ਨਹੀਂ ਵਿਖਾ ਰਹੇ ਜਾਂ ਡਿਸਕ੍ਰਿਮੀਨੇਸ਼ਨ ਹੋ ਰਿਹਾ? ਤੁਸੀਂ ਤਾਂ ਬਹੁਤ ਸਿਆਣੇ ਔਰ ਦੇਖੋ, ਜਿਹੜਾ ਦਿਖਾ ਰਿਹਾ ਉਹ ਦੇਖੀ ਜਾਓ। ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ 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 ਹਾਂਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਬਖਸ਼ ਸਿੰਘ ਬੋਲਦਾ ਅਮਰੀਕਾ ਤੋਂ। ਜੀ ਸਰ ਗੁਰਬਖਸ਼ ਸਿੰਘ ਜੀ, ਜੀ ਆਇਆਂ ਨੂੰ। ਮੈਂ ਤੁਹਾਡਾ ਪ੍ਰੋਗਰਾਮ ਵੇਖਦਾ ਸਾਂ ਜੀ। ਤੁਸੀਂ ਡਾਕਟਰ ਦਲਜੀਤ ਸਿੰਘ ਹੋਣਾ ਨੂੰ ਬਹੁਤ ਸੋਹਣੇ ਕੁਐਸਚਨ ਕੀਤੇ ਤੇ ਇਹ ਲੋਕ ਪ੍ਰੋਫੈਸ਼ਨਲ ਹੁੰਦੇ ਨੇ ਜੀ। ਇਹ ਬੜੀ ਮੁਹਾਰਤ ਹੈ ਇਹਨਾਂ ਨੂੰ। ਇਹ ਕਈ ਸਵਾਲਾਂ ਦੇ ਜਵਾਬ ਤੇ ਬੜਾ ਠੀਕ ਦਿੰਦੇ ਨੇ ਤੇ ਕਈਆਂ ਸਵਾਲਾਂ ਦੇ ਜਵਾਬ ਇਹਨਾਂ ਨੂੰ ਪਤਾ ਹੈ ਵੀ ਕਿੱਦਾਂ ਵਲ ਵਲੇਵੇਂ ਪਾ ਕੇ ਤੇ ਉਹਨੂੰ ਅਵਾਇਡ ਕਰ ਲੈਣਾ ਹੈ। ਜਦੋਂ ਤੁਸੀਂ ਪੁੱਛਿਆ ਵੀ ਇਹ 34-35 ਦਿਨ ਹੋ ਗਏ ਨੇ ਤੇ ਆਪਣਾ ਇਹਦੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ, ਗੁਰਬਖਸ਼ ਹੋਣਾ ਦੀ ਸਿਹਤ ਇੰਨੀ ਖਰਾਬ ਹੋ ਰਹੀ ਆ, ਤੇ ਉਹ ਕਹਿੰਦਾ ਜੀ ਸ਼ੁਰੂ ਤੋਂ ਹੀ ਧਿਆਨ ਤੇ ਬੜਾ ਸੀ, ਪਰ ਵਿੱਚ ਕਈ ਡਿਟੇਲਸ ਹੁੰਦੀਆਂ ਜਿਨ੍ਹਾਂ ਨੂੰ ਪੂਰੀਆਂ ਕਰਦਿਆਂ ਇੰਨਾ ਚਿਰ ਲੱਗ ਜਾਂਦਾ ਤੇ ਅੰਨਾ ਹਜ਼ਾਰੇ ਨੇ ਮਰਨ ਵਰਤ ਰੱਖਿਆ ਸੀ ਤੇ ਉਹ 7ਵੇਂ 8ਵੇਂ ਦਿਨ ਹੀ ਅਪਰ ਹਾਊਸ ਨੇ ਵੀ ਤੇ ਲੋਅਰ ਹਾਊਸ ਨੇ ਵੀ ਸਾਰਿਆਂ ਨੇ ਉਹ ਪਾਸ ਕਰ ਦਿੱਤਾ ਹੈ। ਜੀ ਜੇ ਆਪਣੇ ਹੀ ਬਗਾਨਾਪਣ ਵਿਖਾਉਣ ਤੋਂ ਜਰਾ ਜ਼ਿਆਦਾ ਚੁੱਭਦਾ ਹੈ। ਜੀ ਠੀਕ ਹੈ। ਜਿਹੜੇ ਦੂਸਰੇ ਨੇ ਉਹਨਾਂ ਤੇ ਵਿਖਾਉਣਾ ਹੈ। ਵੀ ਨੋ ਦੈਟ ਐਂਡ ਵੀ ਸ਼ੁੱਡ ਬੀ ਜਸਟ ਰੈਡੀ ਫॉर ਦੈਟ। ਜੀ ਗੱਲ ਇਹ ਹੈਗੀ ਹੈ, ਦੇਖੋ ਪ੍ਰੋਫੈਸ਼ਨਲ ਤਾਂ ਹੈਗੇ ਹੀ ਹੈ, ਮੁਹਾਰਤ ਵੀ ਹੈ, ਔਰ ਸਾਡੀ ਜਿਹੜੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸਵਾਲ ਉਹਨਾਂ ਨੂੰ ਸਹੀ ਪੁੱਛ ਸਕੀਏ ਔਰ ਜਿਹੜੇ ਸਵਾਲ ਉਹਨਾਂ ਦੇ ਨਾਲ ਉਹ ਕਰੀਏ ਤਾਂ ਕਿ ਉਹ ਜਵਾਬ ਦੇ ਸਕਣ ਔਰ ਉਹਨਾਂ ਨੂੰ ਮਜਬੂਰ ਕੀਤਾ ਜਾਏ। ਸੋ ਸਾਡਾ ਆਪਣਾ ਫਰਜ਼ ਹੈ, ਉਹਨਾਂ ਦਾ ਆਪਣਾ ਫਰਜ਼ ਹੈ। ਬਾਕੀ ਇੱਕ ਗੱਲ ਤਾਂ ਉਹਨਾਂ ਦੀ ਸਹੀ ਸੀ ਕਿ ਸਰਕਾਰ ਦੀ ਨਜ਼ਰ ਤਾਂ ਹੁੰਦੀ ਹੈ, ਪਰ ਅੰਨਾ ਹਜ਼ਾਰੇ ਜਾਂ ਉਹਨਾਂ ਨੇ ਵਰਤ ਰੱਖੇ ਹੁੰਦੇ ਆ, ਉਹਨਾਂ ਨੂੰ ਪਤਾ ਹੈਗਾ ਇਹ 2 ਦਿਨ ਜਾਂ 4 ਦਿਨ ਹੈਗਾ, ਪਰ ਇਹ ਚੌਕੇ ਇੱਕ ਬਹੁਤ ਵੱਡਾ ਇੱਕ ਲੰਬੇ ਸਮੇਂ ਦਾ ਹੁੰਦਾ ਜਿਹਨੂੰ ਅਸੀਂ ਸ਼ੁਰੂ 'ਚ ਹੀ ਹੱਠ ਦੀ ਗੱਲ ਕੀਤੀ ਹੈ। ਸੋ ਕੁਦਰਤੀ ਤੌਰ ਦੇ ਉੱਤੇ ਜਦੋਂ ਸਾਡੀ ਗੱਲ ਆਏਗੀ ਉਹਦੇ ਤੇ ਪੈਰਾਮੀਟਰ ਔਰ ਪੈਮਾਨਾ ਵੱਖਰਾ ਵਰਤਿਆ ਜਾਏਗਾ। ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਵਾਹਿਗੁਰੂ ਫਤਿਹ। ਹੈਲੋ ਹਾਂਜੀ, ਕੌਣ ਬੋਲ ਰਹੇ ਜੀ? ਮੈਂ ਭੁਪਿੰਦਰ ਸਿੰਘ ਨੰਦਾ ਬਰੈਂਪਟਨ ਤੋਂ ਬੋਲ ਰਿਹਾ। ਜੀ ਲਾਂਬਾ ਸਾਹਿਬ ਹੈਗੇ? ਮੈਂ ਬੋਲ ਰਿਹਾ ਜੀ, ਗੁਰਚਰਨਜੀਤ ਸਿੰਘ ਲਾਂਬਾ ਜੀ। ਐਸਾ ਹੈ, ਮੇਰੀ ਗੱਲ ਉਹਨਾਂ ਨੂੰ ਇਹ ਹੈ ਜੀ ਕਿ ਚੀਮਾ ਸਾਹਿਬ ਨੇ ਹੁਣ ਇੱਥੇ ਜੀ ਬੜੀ ਡਿਟੇਲ ਦੱਸਿਆ। ਤੁਸੀਂ ਨਾ ਟੀਵੀ ਦੀ ਆਵਾਜ਼ ਬੰਦ ਕਰ ਦਿਓ ਕਿਰਪਾ ਕਰਕੇ, ਤੁਹਾਡੀ ਆਵਾਜ਼ ਬੜੀ ਆ ਰਹੀ ਹੈ, ਸਾਡੇ ਤੱਕ ਪਹੁੰਚ ਨਹੀਂ ਰਹੀ ਠੀਕ। ਆਪਣੇ ਟੀਵੀ ਦੀ ਆਵਾਜ਼ ਬੰਦ ਕਰੋ। ਅੱਛਾ, ਇਸ ਤਰ੍ਹਾਂ ਹੈ ਜੀ। ਹੈਲੋ ਹਾਂਜੀ ਚੀਮਾ ਸਾਹਿਬ ਨੂੰ ਇਹ ਪਤਾ ਨਹੀਂ ਹੋਣਾ ਕਿ ਜਿਹੜੀ ਆਪਣੇ ਜਗੀਰ ਕੌਰ ਹੈਗੀ ਆ ਅਕਾਲੀ ਦਲ ਦੀ, ਉਹ ਜੇਲ੍ਹ 'ਚ ਹੈਗੀ ਸੀ। ਹਾਂਜੀ, ਉਹਦਾ ਨਾਲ ਕਿੱਦਾਂ ਟ੍ਰੀਟਮੈਂਟ ਕਰਦੇ ਆ? ਜੀ ਉਹਦਾ ਦਰਦ ਜਿਹੜਾ ਬਾਦਲ ਸਾਹਿਬ ਨੂੰ ਤੇ ਇਹਨਾਂ ਨੂੰ ਕਿੰਨਾ ਹੈ ਤੇ ਆਮ ਕੈਦੀਆਂ ਦਾ ਕਿੰਨਾ? ਜੀ ਇਹ ਦੋ ਵੀ ਹੈਗੇ। ਇਹ ਜਿਹੜੇ ਲਾਅ ਬਣੇ ਨਾ ਜੇਲ੍ਹ ਦੇ, ਇਹ ਅੰਗਰੇਜ਼ ਨੇ ਬਣਾਏ ਆ। ਇਹ ਨੀਡ ਰਿਵੀਜ਼ਨ। ਠੀਕ ਹੈ। ਉਦਾਂ ਹੀ ਤੰਗ ਕਰੀ ਜਾਂਦੇ ਇਹਨਾਂ ਨੂੰ। ਠੀਕ ਹੈ। ਹੈਲੋ ਹਾਂਜੀ, ਤੁਹਾਡੀ ਆਵਾਜ਼ ਆ ਰਹੀ ਜੀ, ਤੁਹਾਡੇ ਵਿਚਾਰ ਸਾਰੀ ਜਗ੍ਹਾ ਜਾ ਰਹੇ ਹੈ। ਅੱਗੇ ਤੁਹਾਨੂੰ ਇਹ ਵੀ ਦੱਸਿਆ ਸੀ ਹਾਂਜੀ ਕਿ ਇਹਦਾ ਕੋਰਟ ਦੇ ਵਿੱਚ ਵੀ ਚੈਲੰਜ ਕੀਤਾ ਜਾ ਸਕਦਾ ਹੈ ਜਦੋਂ ਜੱਜ ਦਿੰਦਾ ਹੈ ਜਜਮੈਂਟ। ਹਾਂਜੀ, ਉਹ ਕਲੀਅਰ ਲਿਖਦਾ ਕੀ ਕੀਤਾ ਦੇਣੀ ਹੈ। ਠੀਕ ਹੈ। ਉਹਦੀ ਵਾਇਲੇਸ਼ਨ ਜਿਹੜੀ ਹੈ ਉਹ ਕੰਟੈਂਪਟ ਆਫ ਕੋਰਟ ਹੈਗੀ ਹੈ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਬਿਲਕੁਲ ਸਹੀ ਕਹਿ ਰਹੇ ਹੋ। ਹਾਂਜੀ, ਬਿਲਕੁਲ ਉਸੇ ਕਾਨੂੰਨੀ ਧਾਰਾਵਾਂ ਦੇ ਅਨੁਸਾਰ ਹੀ ਉਹਨਾਂ ਨੇ ਹੁਣ ਜਿਹੜੀ ਮੂਵ ਹੋਈ ਹੈ ਉਹ ਸਾਰਾ ਉਹਦੇ ਤਹਿਤ ਹੀ ਮੂਵ ਹੋਇਆ। ਬਹੁਤ ਬਹੁਤ ਧੰਨਵਾਦ। ਹੈਲੋ ਲਾਂਬਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਪਾਲ ਸਿੰਘ ਬਰਾੜ ਬੋਲਦਾ ਮੈਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਰਾੜ ਸਾਹਿਬ। ਹਾਂਜੀ ਸਰ, ਬਹੁਤ ਵਧੀਆ ਜਿਸ ਤਰ੍ਹਾਂ ਪ੍ਰੋਗਰਾਮ ਚੱਲ ਰਿਹਾ ਤੁਸੀਂ ਪੇਸ਼ ਕੀਤਾ। ਇੱਕ ਤੁਸੀਂ ਸਰ ਸਹਿਮਤ ਹੋਣਾ ਉਹ ਵੀ ਕਿੰਨੇ ਵੀ ਪੱਖ ਪੇਸ਼ ਕਰ ਲਈਏ, ਸਾਡੇ ਕਿਤੇ ਨਾ ਕਿਤੇ ਇਨਫੋਰਮੇਸ਼ਨ ਦੀ ਕਮੀ ਜ਼ਰੂਰ ਰਹਿ ਜਾਂਦੀ ਬਾਹਰਲੇ ਆਪਣੇ ਖਾਸ ਤੌਰ ਤੇ ਅਮਰੀਕਾ ਕੈਨੇਡਾ 'ਚ, ਜਾਂ ਇਹ ਹੈ ਵੀ ਉਸ ਗੱਲ ਨੂੰ ਮੰਨਣਾ ਹੀ ਨਹੀਂਗਾ। ਹੁਣ ਅੱਜ ਹੁਣੇ ਭਾਈ ਗੁਰਬਖਸ਼ ਸਿੰਘ ਸੇਮ ਗੈਟ ਪੰਜਾਬੀ ਤੇ ਅੱਧਾ ਘੰਟਾ ਪਹਿਲਾਂ ਖੁਦ ਕਹਿ ਕੇ ਹਟੇ ਵੀ ਉਹਨਾਂ ਨੇ 2 ਦਿਨ ਸਾਈਨ ਕਰਨ 'ਚ ਡਿਲੇ ਕਰਤੇ। ਜੀ ਕੁਛ
ਫੈਕਟ ਹੈਗੇ ਜਿਹੜੇ ਉਹ ਵੀ ਦੇਖਣੇ ਚਾਹੀਦੇ। ਦੇਖੋ ਸਰਕਾਰ ਜਿੰਨਾ ਕੁਝ ਹੋ ਸਕਦਾ ਕਰ ਰਹੀ ਹੈ ਜੀ, ਜੇ ਦੇਰ ਸ਼ੁਰੂਆਤ ਕੀਤੀ ਹੈ ਇਹਦਾ ਮਤਲਬ ਇਹ ਨਹੀਂ ਕਿ ਉਹ ਕੰਸਰਨ ਨਹੀਂਗੇ। ਹੁਣ ਜਿੰਨਾ ਕੁਝ ਹੋ ਰਿਹਾ ਦੇ ਆਰ ਡੂਇੰਗ ਬੈਸਟ। ਚੀਮਾ ਸਾਹਿਬ, ਹਰਪਾਲ ਸਿੰਘ ਚੀਮਾ ਨਾਲ ਮੇਰੀ ਗੱਲ ਹੋਈ ਹੈ, ਉਹ ਆਪਣੇ ਵੱਲੋਂ ਪੂਰੇ ਚਿੰਤਤ ਹੈ ਵੀ ਅਸੀਂ ਆਪਦਾ ਪੇਪਰ ਜਿੱਥੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਡਿਲੇ 1 ਦਿਨ ਕਰਤੀ, ਵੀਕਐਂਡ ਆ ਗਿਆ ਜੀ ਜੀ ਜੀ, ਸਪੈਸ਼ਲ ਉਹਨਾਂ ਨੇ ਕਰਨਾਟਕਾ ਗਏ ਹੋਏ ਆ ਪੇਪਰ ਲੈਣ। ਮੈਂ ਜਿੰਨਾ ਹੋ ਸਕਦਾ ਜਿਹੜਾ ਹੋ ਰਿਹਾ ਉਸ ਨੂੰ ਵੀ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਆਪਾਂ ਸਹੀ ਬਿਲਕੁਲ। ਦਿਸ਼ਾ 'ਚ ਉਹ ਜਾ ਰਹੇ ਹਾਂ। ਜਿਹੜੇ ਜੇਲ੍ਹਾਂ ਦੇ ਵਿੱਚ ਸਿੰਘ ਹੈਗੇ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਇੰਨੇ ਸਾਲ ਹੋ ਗਏ, ਅਸੀਂ ਹੁਣ ਛੁੱਟੀ ਦੇ ਉੱਤੇ ਕਿਉਂ ਆਈਏ, ਅਸੀਂ ਪੱਕੀ ਰਿਹਾਈ ਕਿਉਂ ਨਾ ਲਈਏ। ਸੋ ਕੁਦਰਤੀ ਤੌਰ ਤੇ ਭਾਈ ਗੁਰਬਖਸ਼ ਸਿੰਘ ਦਾ ਵੀ ਹੱਠ ਹੈ ਤੇ ਉਹਨਾਂ ਸਿੰਘਾਂ ਦਾ ਵੀ ਹੱਠ ਹੈ। ਇਹ ਹੱਠ ਜਿਹੜਾ ਆਪਸ ਵਿੱਚ ਟਕਰਾ ਰਿਹਾ। ਬਹੁਤ ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਦਾ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਜੀ ਸੁਰਿੰਦਰ ਕੌਰ ਬੋਲ ਰਹੀ ਹਾਂ। ਮੇਰੇ 2 ਕੁਐਸਚਨ ਨੇ। ਪਹਿਲਾਂ ਤਾਂ ਮੈਂ ਐਪਰੀਸ਼ੀਏਟ ਕਰਨਾ ਹੈ, ਤੁਹਾਡਾ ਪ੍ਰੋਗਰਾਮ ਐਕਸਲੈਂਟ ਹੈਗਾ, ਵੈਰੀ ਨੌਲੇਜੇਬਲ, ਵੀ ਆਲਵੇਜ਼ ਵਾਚ ਇਟ। ਜੀ ਜੀ, ਸਾਨੂੰ ਬਹੁਤ ਅੱਛਾ ਲੱਗਦਾ, ਤੁਹਾਨੂੰ ਵਧਾਈ ਹੋਵੇ। ਚਲ ਬਹੁਤ ਬਹੁਤ ਸ਼ੁਕਰੀਆ, ਅਸੀਸ ਹੈ ਸੰਗਤ ਦੀ। ਹਾਂਜੀ ਹਾਂਜੀ। ਦੂਸਰਾ ਮੇਰੇ 1-2 ਵਿਚਾਰ ਨੇ। ਮੈਂ ਸੋਚ ਰਹੀ ਸੀ ਕਿ ਸਿੱਖਾਂ ਦੇ ਨਾਲ ਜਿਹੜੀ ਜ਼ਿਆਦਤੀ ਹੋਣੀ ਉਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੈਗੀ। ਸਾਨੂੰ ਪਤਾ ਵੀ ਇਹ ਜ਼ਿਆਦਤੀ ਹੋ ਰਹੀ ਹੈ। ਜਿਹੜੇ ਸਾਡੇ ਚੁਣੇ ਹੋਏ ਮੈਂਬਰ ਨੇ, ਚੀਫ ਮਿਨਿਸਟਰ ਨੇ, ਜੋ ਵੀ ਹੈਡ ਹੈਗੇ ਨੇ, ਵੀ ਉਹਨਾਂ 'ਚ ਐਬਿਲਿਟੀ ਨਹੀਂ ਹੈਗੀ, ਉਹ ਕੁਝ ਨਹੀਂ ਕਰ ਸਕਦੇ ਤੇ ਉਹ ਪੰਥ ਨੂੰ ਕਿਉਂ ਨੁਕਸਾਨ ਪਹੁੰਚਾ ਰਹੇ ਹੈ। ਜੀ ਜੀ ਜੀ, ਇੱਕ ਆਦਮੀ ਉਹ ਦੂਸਰਿਆਂ ਵਾਸਤੇ ਕੁਰਬਾਨੀ ਦੇ ਰਿਹਾ ਹੈ, ਉਹਨੂੰ ਕੋਈ ਵਿੱਚ ਪਰਸਨਲ ਆਪਣਾ ਇੰਟਰਸਟ ਨਹੀਂ ਹੈ। ਜੀ ਜੀ, ਔਰ ਜਿੱਥੇ ਅੱਗ ਲੱਗਦੀ ਹੈ ਉੱਥੇ ਦਰਦ ਹੁੰਦੀ ਹੈ। ਜੇ ਅੱਜ ਬਾਦਲ ਸਾਹਿਬ ਦਾ ਵੀ ਬ੍ਰਦਰ ਇਸ ਤਰ੍ਹਾਂ ਹੋਵੇ ਜਾਂ ਪੁੱਤਰ ਹੋਵੇ ਤਾਂ ਹੀ ਵਿਲ ਡੂ ਇਟ। ਜੀ 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 ਜੀ, ਸਾਨੂੰ ਤਾਂ ਇਸ ਗੱਲ ਤੇ ਬੜਾ ਅਫਸੋਸ ਹੈ ਕਿ ਚੁਣੇ ਨੇ ਮੈਂਬਰ ਇਸ ਲਈ ਕਿ ਕੌਮ ਦੀ ਸੇਵਾ ਕਰੋ, ਉਹ ਸੇਵਾ ਦੀ ਬਜਾਏ ਕੌਮ ਨੂੰ ਇੰਨਾ ਦੁੱਖ ਦੇ ਰਹੇ ਨੇ। ਬਹੁਤ ਜ਼ਿਆਦਾ ਇਹ ਅਪਸੈਟ ਕਰਨ ਵਾਲਾ ਹੈਗਾ। ਜੀ ਦੇਖੋ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ, ਜੇ ਉਹ ਸੇਵਾ ਨਹੀਂ ਕਰ ਸਕਦੇ ਨਾ, ਉਹਨਾਂ ਨੂੰ ਖੁਸ਼ੀ ਆਪਣਾ ਤਿਆਗ ਪੱਤਰ ਦੇ ਦੇਣਾ ਚਾਹੀਦਾ, ਕਿਉਂਕਿ ਕਈ ਚੀਜ਼ਾਂ ਜ਼ਰੂਰੀ ਨਹੀਂ ਕਿ ਹਰ ਇੱਕ ਇਨਸਾਨ ਕੋਲ ਐਬਿਲਿਟੀ ਹੁੰਦੀ ਹੈ। ਉਹਨਾਂ ਨੂੰ ਪਤਾ ਲੱਗਾ ਸੀ ਨਹੀਂ ਕਰ ਸਕਦੇ, ਕੌਮ ਨੂੰ ਨੁਕਸਾਨ ਦੀ ਬਜਾਏ, ਪਹੁੰਚਾਉਣ ਦੀ ਬਜਾਏ ਉਹਨਾਂ ਨੂੰ ਕਹੋ ਤੁਸੀਂ ਪਾਸੇ ਹੋ ਜਾ, ਮਾਫੀ ਮੰਗ ਲਓ। ਜੀ, ਤੁਹਾਡੇ ਵਿਚਾਰ ਬਹੁਤ ਕੀਮਤੀ ਹੈ, ਪਰ ਇੱਕ ਗੱਲ, 2 ਗੱਲਾਂ ਮੈਂ ਕਹਿਣੀਆਂ ਜ਼ਰੂਰ ਚਾਹਾਂਗਾ। ਸਰਕਾਰ ਜਿਹੜੀ ਮਰਜ਼ੀ ਆ ਜਾਏ, ਹਕੂਮਤ ਜਿਹੜੀ ਮਰਜ਼ੀ ਆ ਜਾਏ, ਉਹ ਇਨਸਾਫ ਤੇ ਨਾ ਇਨਸਾਫੀ ਦੇ ਦਰਮਿਆਨ ਉਹ ਡੋਲਦੀ ਰਹਿੰਦੀ ਹੈ। ਜਿਸ ਨੂੰ ਇਕਬਾਲ ਨੇ ਬੜਾ ਸੋਹਣਾ ਕਿਹਾ, ਜਲਾਲੇ ਪਾਤਸ਼ਾਹੀ ਹੋ या हो जमहूरियत का तमाशा, जुदा हो दी सियासत से तो रह जाती है चंगेज़ी। ਇਹ ਤਾਂ ਕੋਈ ਵੀ ਹਕੂਮਤ ਆ ਜਾਏਗੀ, ਗਿਲੇ ਔਰ ਸ਼ਿਕਵੇ ਰਹਿਣਗੇ। ਬਾਕੀ ਰਹਿ ਗਈ ਗੱਲ ਸਾਡੇ ਨਾਲ ਬੇਇਨਸਾਫੀਆਂ ਦੀ, ਉਹ ਲਿਸਟ ਬਹੁਤ ਲੰਬੀ ਹੈ, ਬਹੁਤ ਵੱਡੀ ਲਿਸਟ ਹੈ, ਔਰ ਸ਼ਾਇਦ ਪਤਾ ਨਹੀਂ ਉਹ ਨਾ ਮੁੱਕਣ ਵਾਲੀ ਲਿਸਟ ਹੈ, ਔਰ ਉਹ ਕੁਰਬਾਨੀਆਂ ਚਲਦੀਆਂ ਰਹਿੰਦੀਆਂ, ਦਿੰਦੇ ਰਹਾਂਗੇ, ਉਹ ਇੱਕ ਲਗਾਤਾਰ ਇੱਕ ਸਿਲਸਿਲਾ ਜਿਹੜਾ ਇਹ ਚੱਲਦਾ ਰਹਿੰਦਾ ਹੈਗਾ। ਬਾਕੀ ਜਿਸ ਤਰ੍ਹਾਂ ਦੇ ਹਾਲਾਤ ਬਦਲੇ ਹੈ, ਇਹ ਵੀ ਇੱਕ ਜਿਹੜੀ ਕਹਿ ਲਓ ਲੋਕ ਮੂਵਮੈਂਟ ਜਿਸ ਤਰ੍ਹਾਂ ਬਣ ਜਾਂਦੀ ਹੈ, ਲੋਕਾਂ ਦੀ ਆਮ ਰਾਏ ਬਣ ਜਾਂਦੀ ਹੈ, ਲੋਕਾਂ ਦੀ ਆਵਾਜ਼ ਜਦੋਂ ਬਣ ਜਾਂਦੀ ਹੈ, ਜਿਹਨੂੰ ਕਹਿੰਦੇ ਆ ਆਵਾਜ਼ ਖਲਕ ਨਖਾਰਾ ਖੁਦਾ, ਜਿਹੜੀ ਜਨਤਾ ਦੀ ਆਵਾਜ਼ ਹੈ ਉਹ ਇੱਕ ਰੱਬ ਦੀ ਆਵਾਜ਼ ਬਣ ਜਾਂਦੀ ਹੈ। ਸੋ ਲੋੜ ਹੈ ਆਪਣੇ ਆਪ ਨੂੰ ਸਮਝਣ ਦੀ, ਆਪਣੇ ਆਪ ਨੂੰ ਸੰਭਾਲਣ ਦੀ, ਉਹਨਾਂ ਅਸੂਲਾਂ ਨੂੰ ਜਿਨ੍ਹਾਂ ਅਸੂਲਾਂ ਦੀ ਖਾਤਰ, ਔਰ ਖ਼ਾਸ ਕਰਕੇ ਇਸ ਹਫ਼ਤੇ ਦੇ ਵਿੱਚ ਜਿਹੜੀ ਅਗਰ ਅਸੀਂ ਗੱਲ ਕਰੀਏ, ਉਹਨਾਂ ਸਾਹਿਬਜ਼ਾਦਿਆਂ ਨੇ, ਉਹਨਾਂ ਛੋਟੇ ਸਾਹਿਬਜ਼ਾਦਿਆਂ ਨੇ ਅਗਰ ਆਪਣੀ ਕੁਰਬਾਨੀ ਦਿੱਤੀ ਹੈ ਤਾਂ ਉਹਨਾਂ ਨੇ ਸਿੱਖੀ ਦੇ ਮਹਿਲ ਦੀ ਨੀਂਹ ਤਿਆਰ ਕੀਤੀ ਹੈ। ਇਹ ਹੁਣ ਸਾਡਾ ਫਰਜ਼ ਹੈ, ਅਸੀਂ ਉਸ ਨੂੰ ਸਮਝ ਸਕਦੇ ਹਾਂ, ਨਹੀਂ ਸਮਝ ਸਕਦੇ, ਅਸੀਂ ਆਪਣਾ ਰਿਣ, ਉਹਨਾਂ ਦਾ ਰਿਣ ਜਿਹੜਾ ਹੈ ਉਹ ਅਸੀਂ ਉਤਾਰ ਸਕਦੇ ਹਾਂ ਕਿ ਨਹੀਂ ਉਤਾਰ ਸਕਦੇ ਹਾਂ। ਇੱਕੋ ਗੱਲ ਦੀ ਲੋੜ ਹੈ, ਆਉਣ ਵਾਲੀ ਪਨੀਰੀ ਨੂੰ, ਨਵੀਂ ਜਨਰੇਸ਼ਨ ਨੂੰ ਉਸ ਇਤਿਹਾਸ ਤੋਂ, ਉਸ ਸ਼ਾਨਾ ਮੱਤੇ ਇਤਿਹਾਸ ਤੋਂ ਜਾਣੂ ਜ਼ਰੂਰ ਕਰਵਾਇਆ ਜਾਏ। ਉਹ ਜਿਹੜੇ ਇਤਿਹਾਸ ਦੇ ਵਰਕੇ ਹਨ ਉਸ ਨੂੰ ਜ਼ਰੂਰ ਸਾਹਮਣੇ ਕੀਤਾ ਜਾਏ। ਮੈਂ ਫਿਰ ਇੱਕ ਵਾਰ ਉਹ ਗੱਲ ਦੁਹਰਾ ਦਿਆਂ ਜਿਹੜੀ ਕਈ ਵਾਰ ਕੀਤੀ ਹੈ, ਭਾਈ ਸਾਹਿਬ ਭਾਈ ਜੋਧ ਸਿੰਘ ਜੀ ਜਿਹੜੇ ਕਿ
ਪਹਿਲੇ ਵਾਈਸ ਚਾਂਸਲਰ ਰਹੇ ਪੰਜਾਬੀ ਯੂਨੀਵਰਸਿਟੀ ਦੇ ਔਰ ਬਹੁਤ ਵਿਦਵਾਨ ਸਨ, ਖਾਲਸਾ ਕਾਲਜ ਦੇ ਪ੍ਰੋਫੈਸਰ ਵੀ ਸਨ। ਉਹਨਾਂ ਨੇ ਇੱਕ ਗੱਲ ਕਹੀ ਸੀ, ਕਿਸੇ ਨੇ ਪੁੱਛਿਆ ਬੱਚੇ ਨੂੰ ਧਰਮ ਦੀ ਸਿੱਖਿਆ ਕਿਹੜੀ ਉਮਰ ਵਿੱਚ ਦੇਣੀ ਚਾਹੀਦੀ ਹੈ, ਉਹਨਾਂ ਨੇ ਜਵਾਬ ਦਿੱਤਾ ਸੀ ਉਸ ਦੇ ਜਨਮ ਤੋਂ 20 ਸਾਲ ਪਹਿਲੇ। ਹੈਲੋ ਹੈਲੋ ਲਾਮਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਹੋ ਜੀ? ਮੈਂ ਲਾਮਾ ਸਾਹਿਬ ਰਾਜਵੀਰ ਸਿੰਘ ਬੋਲ ਰਿਹਾ। ਹਾਂਜੀ ਹਾਂਜੀ ਰਾਜਵੀਰ ਸਿੰਘ ਜੀ, ਜੀ ਆਇਆਂ ਨੂੰ। ਹਾਂਜੀ ਲਾਮਾ ਸਾਹਿਬ, ਮੈਂ ਨਾ ਜਿਵੇਂ ਅੱਜ ਚੀਮਾ ਸਾਹਿਬ ਬੋਲਦੇ ਸੀ ਜੀ, ਮੇਰਾ ਜੀ ਕਰਦਾ ਸੀ ਵੀ ਇਹਨਾਂ ਨੂੰ ਬਾਦਲ ਸਾਹਿਬ ਨੇ ਜਿਹੜੀਆਂ ਜਦੋਂ ਮੋਰਚਾ ਲਾਇਆ ਸੀ ਉਹਨਾਂ ਨੇ ਰਿਕਾਰਡਾਂ ਦਿਖਾ ਸਕਦਾ। ਹਾਂਜੀ। ਤੇ ਉਸ ਵੇਲੇ ਇਹਨਾਂ ਨੇ ਕਿੰਨੀਆਂ ਕਸਮਾਂ ਖਾਧੀਆਂ ਸੀ। ਮੈਂ ਪਹਿਲੇ ਮੋਰਚੇ ਦੇ ਵਿੱਚ ਵੀ ਸੀ, ਜਦੋਂ ਪਹਿਲਾਂ ਇਹਨਾਂ ਨੇ ਯੁੱਧ ਮੋਰਚਾ ਉੱਥੇ ਲਾਇਆ ਅੰਮ੍ਰਿਤਸਰ, ਪਹਿਲੇ ਦਿਨ ਜਿਹੜੀ ਬਹੁਤ ਵੱਡਾ ਇਕੱਠ ਹੋਇਆ ਸੀ ਜੀ, ਜਿਹੜੀ ਅਮਰੀਕਾ ਦੇ ਵਿੱਚ ਵੀ ਮੈਂ ਡਾਕੂਮੈਂਟਰੀ ਉਹਦੀ ਦੇਖੀ ਆ, ਕਿਸੇ ਸਾਡੀ ਚੈਨਲ ਤੇ ਕਿਸੇ ਦਿਨ ਆਈ ਸੀ ਜੀ। ਤੇ ਉਸ ਦਿਨ ਇਹਨਾਂ ਨੇ ਕਸਮਾਂ ਖਾਧੀਆਂ। ਸਾਡੇ ਕੋਲ ਸਿਰਫ 5 ਸੈਕਿੰਡ ਹੋ ਰਿਹਾ, ਕਿਰਪਾ ਕਰਕੇ। ਜਦੋਂ ਕੋਈ ਇਹਦੀ ਕਲੋਜ਼ਿੰਗ ਹੋਊਗੀ ਇਹ ਧਰਮ ਯੁੱਧ ਮੋਰਚੇ ਦੀ, ਤਾਂ ਸਾਰੇ ਸਿੱਖਾਂ ਦੀ ਤੇ ਇਸੇ ਤਰ੍ਹਾਂ ਤਾਂ ਸਰਬੱਤ ਖਾਲਸਾ ਸੱਦਿਆ ਜਾਊਗਾ। ਤੇ ਜੇ ਤੁਸੀਂ ਕਹੋਗੇ ਤਾਂ ਹੀ ਮੰਗਾਂ ਮੰਨਾਂਗੇ, ਤਾਂ ਹੀ ਅਸੀਂ ਜੱਜ ਕਰਾਂਗੇ, ਅਦਰਵਾਈਜ਼ ਸਾਡਾ ਮੋਰਚਾ ਜਾਰੀ ਰਹੇਗਾ। ਅੱਜ ਕਿੱਥੇ ਮੋਰਚਾ ਤੇ ਜਿਹੜੇ ਫਸੇ ਬੰਦੇ ਵਿਚਾਰੇ ਲੱਖਾਂ ਬੰਦੇ ਤਬਾਹ ਕਰਕੇ ਅੱਜ ਸਾਰਾ ਸਿੱਖ ਕੌਮ ਕਿੱਥੇ ਕਿੱਥੇ ਪਹੁੰਚਾਤੀ ਇਹਨਾਂ ਨੇ। ਤੇ ਅੱਜ ਚੀਮਾ ਸਾਹਿਬ ਕਿਹੜੀਆਂ ਗੱਲਾਂ ਕਰਦੇ ਸੀ ਤੇ ਕਿਹੜੀਆਂ ਵੀ ਉਹ ਨਹੀਂ ਹੋਇਆ ਜੀ, ਬਾਹਰ ਨਹੀਂ ਹੋਇਆ। ਹਾਲਾਂਕਿ ਇਹਨਾਂ ਨੂੰ ਇਹ ਨਹੀਂ ਪਤਾ ਸਾਡੇ ਕਿੰਨੇ ਬੰਦੇ ਜੇਲ੍ਹਾਂ 'ਚ ਨੇ ਤੇ ਕਿੰਨੇ ਸਾਡੇ ਬਾਹਰ ਨੇ। ਕਿੱਡੀ ਸ਼ਰਮ ਦੀ ਗੱਲ ਆ। ਤੁਹਾਡਾ ਸੁਨੇਹਾ ਤਿੱਖੀ ਸੁਰ ਦੇ ਵਿੱਚ ਸਾਰਿਆਂ ਤੱਕ ਪਹੁੰਚਿਆ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਜ਼ਰੂਰ ਈਮੇਲ ਕਰੋ lamba@getpunjabi.tv ਦੇ ਉੱਤੇ, ਔਰ ਇੱਕ ਹੋਰ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।